ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਏ ਜਿਉ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜਿਉ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜਿਉ। ਇਤ ਮਾਰਗ ਚੱਲੈ ਭਾਈੜੈ, ਗੁਰ ਕਹੈ ਸੋ ਕਾਰ ਕਮਾਏ ਜਿਉ। ਤਿਆਗੈ ਮਨ ਕੀ ਮਤੜੀ, ਵਿਸਾਰਹਿ ਦੂਜਾ ਭਾਉ ਜਿਉ। ਇਉ ਪਾਵੈ ਹਰਿ ਦਰਸਾਵੜਾ, ਨੈ ਲੱਗੈ ਤਤੀ ਵਾਉ ਜਿਉ। ਹਉ ਆਪੋ ਬੋਲ ਨ ਜਾਣਦਾ, ਮੈਂ ਕਹਿਆ ਸਭ ਹੁਕਮਾਉ ਜਿਉ। ਹਉ ਆਪੋ ਬੋਲ ਨ ਜਾਣਦਾ, ਮੈਂ ਕਹਿਆ ਸਭ ਹੁਕਮਾਉ ਜਿਉ। ਜਿਉ ਬੁਲਾਵੋ ਤਿਉ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਪਰਮ ਸਨਮਾਨ ਸਤਿਕਾਰਯੋਗ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ। ਇੱਕ ਮਿੰਟ ਆਓ। ਉੱਥੇ ਮੈਂ ਕਾਲਾ ਰਿਮੋਟ ਹੋਣਾ ਇੱਕ ਉੱਪਰ ਪਿਆ ਹੋਇਆ ਨਾ, ਉਹਦੇ ਨਾਲ ਔਨ ਕਰ ਲਓ ਦੋਵੇਂ ਜਣੇ, ਥੋੜਾ ਟਾਈਮ ਲੱਗੇਗਾ ਹੋ ਜਾਏਗਾ। ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਹਜ਼ੂਰੀ ਵਿਖੇ ਜੁੜ ਬੈਠੀ ਸਨਮਾਨ ਸਤਿਕਾਰਯੋਗ ਸਾਧ ਸੰਗਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬੇਅੰਤ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਹੋਈਆਂ ਹਨ। ਇਹਨੂੰ ਭੈਣ ਜੀ ਦੱਬ ਕੇ ਰੱਖੋ, ਫਿਰ ਲਾਈਟ ਚੇਂਜ ਹੋ ਜਾਏਗੀ, ਫਿਰ ਔਨ ਹੋਏਗਾ ਜੀ ਰਿਮੋਟ। ਇਹ ਪਹਿਲਾਂ ਔਨ, ਇਹ ਦੋਵੇਂ ਔਨ ਕਰੋ। ਹਾਂਜੀ, ਗਰੀਨ ਲਾਈਟ ਹੋ ਜਾਏਗੀ ਇਹਦੀ ਵੀ ਅਤੇ ਉਹਦੀ, ਉੱਧਰ ਨੇੜੇ ਜਾ ਕੇ ਕਰ ਲੈਣਾ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਹਨ।
ਗੁਰਸੰਗਤ ਰੂਪ 'ਚ ਜੁੜ ਮਿਲ ਬੈਠੇ ਹਾਂ। ਸਤਿਗੁਰਾਂ ਦੀ ਪਾਵਨ ਪਵਿੱਤਰ ਇਲਾਹੀ ਅੰਮ੍ਰਿਤਮਈ ਧੁਰ ਕੀ ਬਾਣੀ, ਸਾਚੀ ਬਾਣੀ, ਇਲਾਹੀ ਬਾਣੀ ਦੇ ਸ਼ਬਦ ਕੀਰਤਨ ਪਿਆਰ ਔਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ, ਕੀਰਤਨ ਦਾ ਆਨੰਦ ਮਾਣਿਆ ਹੈ। ਉਪਰੰਤ ਆਓ ਭਗਤ ਕਬੀਰ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਅੰਮ੍ਰਿਤਮਈ ਸਲੋਕਾਂ ਦੀ ਵਿਚਾਰ ਦੀ ਸਾਂਝ ਪਾਈਏ। ਇੱਕ ਮਿੰਟ ਆਓ, ਮੈਂ ਦੱਸਣਾ। ਨਹੀਂ ਚੱਲਿਆ ਜੀ, ਤਾਂ ਨਹੀਂ ਚੱਲੇਗਾ ਨਾ ਕਨੈਕਟ। ਇਹ ਰੈੱਡ ਬਟਨ ਨਾ ਇਹਨੂੰ ਦੱਬ ਕੇ ਰੱਖਣਾ ਪੈਂਦਾ ਥੋੜ੍ਹੀ ਥੋੜ੍ਹੀ ਦੇਰ ਤੱਕ, ਵਾਰ-ਵਾਰ ਦੱਬੀ ਜਾਓ, ਫਿਰ ਲਾਈਟ ਗ੍ਰੀਨ ਹੋ। ਹਾਂਜੀ, ਵਾਰ-ਵਾਰ ਦੱਬੋ ਇਹਨਾਂ ਨੂੰ, ਫਿਰ ਖਿਮਾ ਕਰਨਾ ਜੀ। ਆਓ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਹੋਏ ਪਾਵਨ ਔਰ ਪਵਿੱਤਰ ਸਲੋਕਾਂ ਦੀ ਨਿਤਾ ਪ੍ਰਤੀ ਆਪ ਜੀ ਵਿਚਾਰ ਸ਼ਰਵਣ ਕਰਦੇ ਹੋ ਔਰ ਇਹਨਾਂ ਪਾਵਨ ਪਵਿੱਤਰ ਸਲੋਕਾਂ ਦੇ ਰਾਹੀਂ ਭਗਤ ਕਬੀਰ ਸਾਹਿਬ ਜੀ ਜੀਵਨ ਦੇ ਹਰ ਪੱਖ ਦਾ ਗਿਆਨ ਔਰ ਉਪਦੇਸ਼ ਸਾਡੀ ਝੋਲੀ 'ਚ ਪਾ ਰਹੇ ਹਨ, ਤਾਂ ਕਿ ਸਾਡਾ ਜੀਵਨ ਸਚਿਆਰ ਜੀਵਨ ਬਣ ਸਕੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ 'ਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਹਨ, ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾੜ। ਅਸੀਂ ਕਿੱਦਾਂ ਸਚਿਆਰ ਬਣੀਏ? ਸਾਡੀ ਤੇ ਵਾਹਿਗੁਰੂ ਜੀ ਦੇ ਵਿਚਕਾਰ ਜਿਹੜੀ ਕੂੜ ਦੀ ਕੰਧ ਹੈ, ਦੀਵਾਰ ਹੈ, ਉਹ ਕਿੱਦਾਂ ਖਤਮ ਹੋਏ। ਅੱਗੇ ਫਿਰ ਸਮੁੱਚੀ ਬਾਣੀ ਨੇ ਜੀਵਨ ਦੇ ਵੱਖ-ਵੱਖ ਉਪਦੇਸ਼ ਸਾਡੀ ਝੋਲੀ 'ਚ ਪਾਉਂਦੇ ਹੋਏ ਸਾਨੂੰ ਸਚਿਆਰ ਬਣਨ ਦੀਆਂ ਜੀਵਨ ਜੁਗਤੀਆਂ ਸਮਝਾਈਆਂ ਹਨ, ਸਿਖਾਈਆਂ ਹਨ, ਤਾਂ ਕਿ ਸਾਡਾ ਜੀਵਨ ਸਚਿਆਰ ਜੀਵਨ ਬਣ ਸਕੇ। ਇਹ ਦੋ ਅਸਲ 'ਚ ਬਿਰਤੀਆਂ ਹਨ, ਇੱਕ ਕੁੜਿਆਰ ਬਿਰਤੀ, ਇੱਕ ਸਚਿਆਰ ਬਿਰਤੀ। ਅਤੇ ਜਿਹੜੇ ਗੁਰਸੰਗਤ 'ਚ ਆ ਕੇ ਜੁੜਦੇ ਨੇ ਉਹਨਾਂ ਨੂੰ ਵੀ ਸਚਿਆਰ ਕਿਹਾ ਗਿਆ ਹੈ। ਸਤਿਗੁਰੂ ਦੇ ਬਚਨ ਹਨ, ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਿਨ੍ਹਾਂ ਦੀ ਬਿਰਤੀ ਅੰਦਰ, ਮਨ ਅੰਦਰ ਕੂੜ ਹੈ, ਉਹ ਮਨੁੱਖ ਫਿਰ ਕੂੜਿਆਂ ਦੀ ਸੰਗਤ 'ਚ ਜਾ ਕੇ ਬਹਿੰਦੇ ਹਨ। ਔਰ ਜਿਨ੍ਹਾਂ ਦੇ ਮਨ ਅੰਦਰ ਸੱਚ ਹੈ, ਧਰਮ ਪ੍ਰਤੀ, ਗੁਰੂ ਪ੍ਰਤੀ, ਅਕਾਲ ਪੁਰਖ ਪ੍ਰਤੀ ਪ੍ਰੀਤ ਤੇ ਪ੍ਰਤੀਤ ਹੈ, ਉਹ ਫਿਰ ਸਚਿਆਰ ਬਿਰਤੀ ਵਾਲੇ ਜਿਹੜੇ ਗੁਰਮੁਖ ਜਨ ਹਨ, ਉਹ ਗੁਰੂ ਸੰਗਤ 'ਚ, ਗੁਰੂ ਦਰਬਾਰ 'ਚ ਜੁੜਦੇ ਹਨ। ਭਗਤ ਕਬੀਰ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਹੋਏ 97 ਸਲੋਕਾਂ ਤੱਕ ਦੀ ਵਿਚਾਰ ਪਿਛਲਿਆਂ ਦੀਵਾਨਾਂ 'ਚ ਆਪ ਜੀ ਨੇ ਲਗਾਤਾਰ ਸ਼ਰਵਣ ਕੀਤੀ ਹੈ। ਇਸ ਤੋਂ ਅੱਗੇ ਅੱਜ 98 ਨੰਬਰ ਸਲੋਕ ਅੰਦਰ ਭਗਤ ਕਬੀਰ ਸਾਹਿਬ ਜੀ ਪ੍ਰਥਮ ਉਸ ਮਨੁੱਖ ਦਾ ਜ਼ਿਕਰ ਕਰਦੇ ਹਨ ਜਿਹੜਾ ਦੂਜਿਆਂ ਨੂੰ ਉਪਦੇਸ਼ ਦਿੰਦਾ ਹੈ ਪਰ ਆਪ ਧਰਮ ਦੇ ਉਪਦੇਸ਼ ਤੋਂ ਟੁੱਟਿਆ ਹੈ। ਕਬੀਰ ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਕਿਉਂਕਿ ਗੁਰਬਾਣੀ ਜਾਂ ਗੁਰੂ ਸਾਹਿਬ ਨੇ ਜੋ ਸਾਨੂੰ ਸਿੱਖਿਆ ਦਿੱਤੀ ਉਹ ਕੀ ਹੈ? ਪ੍ਰਥਮੈ ਮਨ ਪ੍ਰਬੁੱਧੈ ਆਪਣਾ, ਪਾਛੇ ਅਵਰ ਰਿਝਾਵੈ। ਸਿੱਖ ਦੇ ਲਈ ਜ਼ਰੂਰੀ ਹੈ ਸਿੱਖ ਦੂਜਿਆਂ ਨੂੰ ਵੀ ਜੋੜੇ, ਪਰ ਪ੍ਰਥਮ ਆਪ ਵੀ ਜੁੜੇ। ਗੁਰੂ ਰਾਮਦਾਸ ਸਾਹਿਬ ਜੀ ਦੇ ਜਿਹੜੇ ਆਪਾਂ ਬਚਨ ਪੜ੍ਹਦੇ ਹਾਂ, ਜਿੱਥੇ ਸਤਿਗੁਰੂ ਨੇ ਸਿੱਖ ਦੇ ਜੀਵਨ ਦੀ ਰਹਿਤ ਦੀ ਗੱਲ ਕੀਤੀ ਕਿ ਸਿੱਖ ਕੌਣ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭੜ ਕੇ ਉੱਠ ਹਰ ਨਾਮ ਧਿਆਵੈ,
ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਹੁਣ ਇਸ ਸ਼ਬਦ ਦੇ ਅਖੀਰ ਤੇ ਜਾ ਕੇ ਗੁਰੂ ਰਾਮਦਾਸ ਸਾਹਿਬ ਕਹਿੰਦੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਉਸ ਗੁਰਸਿੱਖ ਦੀ ਚਰਨ ਧੂੜ ਅਸੀਂ ਮੰਗਦੇ ਹਾਂ, ਭਾਵ ਉਸ ਸਿੱਖ ਤੋਂ ਬਲਿਹਾਰ ਕੁਰਬਾਨ ਅਸੀਂ ਜਾਂਦੇ ਹਾਂ, ਜਿਹੜਾ ਆਪ ਜੁੜਿਆ ਤੇ ਦੂਜਿਆਂ ਨੂੰ ਜੋੜਦਾ ਹੈ। ਇੱਕ ਬਚਨ ਆਪਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ, ਜਿੱਥੇ ਮਹਾਰਾਜ ਨੇ ਬਿਲਕੁਲ ਕਲੀਅਰ ਗੱਲ ਸਾਡੇ ਸਾਹਮਣੇ ਰੱਖੀ। ਮਹਾਰਾਜ ਕਹਿੰਦੇ, ਪਹਿਲਾਂ ਆਪਣੇ ਜੀਵਨ ਨੂੰ ਸਵਾਰਨਾ ਹੈ। ਅਵਰ ਉਪਦੇਸ਼ੈ ਆਪ ਨ ਕਰੈ, ਆਵਤ ਜਾਵਤ ਜਨਮੈ ਮਰੈ। ਜਿਹੜਾ ਦੂਜਿਆਂ ਨੂੰ ਉਪਦੇਸ਼ ਦੇ ਰਿਹਾ ਹੈ, ਗੁਰੂ ਦੀ ਰਹਿਤ ਕੁਝ ਹੋਰ ਕਹਿ ਰਹੀ ਹੈ। ਉਹ ਰਹਿਤ ਦੀਆਂ ਗੱਲਾਂ ਤੇ ਕਰਦਾ ਹੈ, ਪਰ ਜੀਵਨ ਰਹਿਤ ਦੇ ਮੁਤਾਬਕ ਨਹੀਂ ਹੈ। ਇਹ ਵੇਖੋ, ਦੋ ਚੀਜ਼ਾਂ ਹਨ। ਕਿਸੇ ਚੀਜ਼ ਦੀ ਜਾਣਕਾਰੀ ਹੋਣਾ ਇੱਕ ਵੱਖਰੀ ਗੱਲ ਹੈ, ਉਹਨੂੰ ਮੰਨਣਾ ਇੱਕ ਵੱਖਰੀ ਗੱਲ ਹੈ। ਗਿਆਨ ਤੇ ਧਿਆਨ ਦੋ ਵੱਖਰੀਆਂ ਖੇਡਾਂ ਹਨ। ਕੇਵਲ ਗਿਆਨ ਦੇ ਸਹਾਰੇ ਜ਼ਿੰਦਗੀ ਦੀ ਗੱਡੀ ਸਫਲਤਾ ਦੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੀ, ਜੇ ਗਿਆਨ ਨੂੰ ਅੱਗੇ ਮੰਨਿਆ ਨਹੀਂ ਗਿਆ ਹੈ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਰਹਿਤ ਕੁਝ ਹੋਰ ਹੈ, ਗੁਰੂ ਅਰਜਨ ਸਾਹਿਬ ਕਹਿੰਦੇ ਕਰਮ ਇਹ ਕੁਝ ਹੋਰ ਕਰ ਰਿਹਾ ਹੈ। ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਮਨ 'ਚ ਪ੍ਰੀਤ ਨਹੀਂ ਹੈ, ਬਾਹਰੋਂ ਬੜੀਆਂ ਗੱਲਾਂ ਕਰਦਾ ਹੈ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਜਾਣਨ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨਾ ਕਾਹੂ ਭੀਨ। ਉਹ ਵਾਹਿਗੁਰੂ ਸਭ ਜਾਣਦਾ ਹੈ। ਬਾਹਰ ਦੇ ਭੇਖ ਕਿਹਦੇ ਹਨ, ਅੰਦਰ ਦੀ ਕਮਾਈ ਕਿਹਦੀ ਹੈ, ਮਾਲਕ ਸਭ ਜਾਣਦੇ ਹਨ। ਬਾਹਰ ਭੇਖ ਨਾ ਕਾਹੂ ਭੀਨ, ਭੀਨ ਦਾ ਮਤਲਬ ਹੈ ਭਿੱਜ ਜਾਣਾ, ਪ੍ਰਸੰਨ ਹੋਣਾ, ਖੁਸ਼ ਹੋਣਾ। ਹਜੂਰ ਕਹਿੰਦੇ, ਜੇ ਤੇਰੇ ਅੰਦਰ ਗੁਰ ਸ਼ਬਦ ਦੀ, ਸੱਚ ਦੀ, ਧਰਮ ਦੀ, ਨਾਮ ਬਾਣੀ ਦੀ ਕਮਾਈ ਨਹੀਂ ਹੈ, ਕੇਵਲ ਬਾਹਰ ਦੀਆਂ ਗੱਲਾਂ ਹਨ, ਤੇ ਚੇਤੇ ਰੱਖੀ ਬਾਹਰ ਭੇਖ ਨਾ ਕਾਹੂ ਭੀਨ। ਵਾਹਿਗੁਰੂ ਕਿਸੇ ਦੇ ਕੇਵਲ ਬਾਹਰ ਦੇ ਭੇਖ ਨੂੰ ਵੇਖ ਕੇ ਮਾਲਕ ਪ੍ਰਸੰਨ ਨਹੀਂ ਜੇ ਹੁੰਦਾ। ਮਾਲਕ ਦੀ ਪ੍ਰਸੰਨਤਾ ਤੇ ਮਿਲਦੀ ਹੈ ਅੰਦਰ ਦੀ ਘਾਲਣਾ ਕਮਾਈ ਸਦਕਾ, ਅੰਦਰ ਦੀ ਕਮਾਈ ਸਦਕਾ। ਜਿਹੜੇ ਗੱਲੀ ਬਾਤੀ ਤੇ ਬੜੇ ਚੰਗੇ ਹੋਣ ਤੇ ਆਚਾਰੀ ਬਹੁਤ ਮਾੜੇ ਹੋਣ, ਉਹ ਗੁਰੂ ਨੂੰ ਪ੍ਰਵਾਨ ਨਹੀਂ ਪੈਂਦੇ, ਉਹ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਪੈਂਦੇ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕਸੁੱਧਾ ਕਾਲੀਆਂ, ਬਾਹਰੋਂ ਚਿੱਟਵੀਆਂ। ਭਾਈ ਗੁਰਦਾਸ ਸਾਹਿਬ ਨੇ ਇੱਕ ਜਗ੍ਹਾ ਤੇ ਸਾਨੂੰ ਸਮਝਾਉਂਦਿਆਂ ਹੋਇਆਂ ਬੜੀਆਂ ਪਿਆਰੀਆਂ ਪਿਆਰੀਆਂ ਉਦਾਹਰਣਾਂ ਦੇ ਕੇ ਗੱਲ ਸਮਝਾਈ ਕਿ ਕੇਵਲ ਕਹਿਣ ਦੇ ਨਾਲ ਗੱਲ ਨਹੀਂ ਬਣਦੀ ਹੈ, ਜੇ ਕਮਾਈ ਨਾ ਹੋਵੇ ਤੇ। ਇੱਕ ਤੇ ਆਪਾਂ ਉਹਨਾਂ ਦੇ ਬਚਨ ਪੜ੍ਹਦੇ ਹਾਂ ਕਿ ਪੂਛਤ ਪਥਕ ਤੈ ਮਾਰਗ ਨ ਧਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਰਸਤਾ ਪੁੱਛ ਲਿਆ, ਰਸਤੇ ਬਾਰੇ ਜਾਣਕਾਰੀ ਹਾਸਲ ਕਰ ਲਈ, ਉਹਦੇ ਤੇ ਚੱਲੇ ਨਹੀਂ। ਕਈ ਵਾਰ ਲੋਕ ਪੁੱਛਦੇ ਹਨ, ਜੀ ਇਹ ਰਾਹ ਕਿੱਥੇ ਜਾਂਦਾ ਹੈ, ਇਹ ਰਸਤਾ ਕਿੱਥੇ ਜਾਂਦਾ ਹੈ। ਅਸਲ 'ਚ ਰਸਤਾ ਤੇ ਉੱਥੇ ਦਾ ਉੱਥੇ ਹੀ ਖੜਾ ਹੈ, ਉਹਦੇ ਤੇ ਚੱਲ ਕੇ ਜਾਣਾ ਪੈਂਦਾ ਹੈ। ਰਸਤਾ ਕਿਤੇ ਨਹੀਂ ਜਾਂਦਾ ਹੈ, ਪਰ ਰਸਤੇ ਤੇ ਚੱਲਣ ਵਾਲਾ ਰਾਹੀ ਮੁਸਾਫਰ ਜੇ ਲਗਾਤਾਰ ਚੱਲਦਾ ਜਾਵੇ ਤੇ ਉਹ ਅੱਗੇ ਮੰਜ਼ਿਲ ਤੇ ਪਹੁੰਚਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ, ਰਸਤਾ ਪੁੱਛੀ ਜਾਵੇ, ਬੰਦਾ ਪੁੱਛੀ ਜਾਵੇ, ਸਵੇਰ ਦਾ ਖੜਾ ਸ਼ਾਮਾਂ ਤੱਕ ਹਰ ਇੱਕ ਦੇ ਕੋਲੋਂ ਪੁੱਛੇ ਆ ਸੜਕ ਕਿੱਥੇ ਜਾਂਦੀ ਹੈ, ਤੇ ਕਦਮ ਇੱਕ ਨਾ ਪੁੱਟੇ ਤੇ ਉਹ ਦੱਸੋ ਮੰਜ਼ਿਲ ਤੇ ਕਿੱਦਾਂ ਪਹੁੰਚੇਗਾ। ਵੈਦ ਕੋਲੋਂ ਦਵਾਈ ਪੁੱਛ ਲਈ, ਆਪਣੀ ਬਿਮਾਰੀ ਦੀ ਪਰਹੇਜ਼ ਪੁੱਛ ਲਿਆ, ਨਾ ਰੱਖਿਆ ਪਰਹੇਜ਼ ਤੇ ਨਾ ਖਾਧੀ ਵਕਤ ਸਿਰ ਦਵਾਈ, ਤੇ ਤੰਦਰੁਸਤੀ ਕਿੱਦਾਂ ਮਿਲ ਸਕਦੀ। ਗੱਲੀ ਬਾਤੀ ਤੰਦਰੁਸਤ ਥੋੜ੍ਹਾ ਹੁੰਦਾ ਕੋਈ। ਇਸੇ ਦਾ ਤੱਤ ਕੱਢਦਿਆਂ ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ, ਗਾਏ ਸੁਣੇ ਆਖੇ ਮੀਚੇ, ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਐ।
ਕੇਵਲ ਬਾਹਰ ਦੀ ਗੱਲਾਂ ਬਾਤੀ ਅੱਖਾਂ ਮੀਟਣ ਦੇ ਨਾਲ, ਗੱਲ ਜ਼ੁਬਾਨ ਤੱਕ ਰੱਖਣ ਦੇ ਨਾਲ ਗੱਲ ਨਹੀਂ ਬਣਨੀ, ਜਿੰਨੀ ਦੇਰ ਤੱਕ ਗੁਰੂ ਦਾ ਉਪਦੇਸ਼ ਅੰਤਰ ਆਤਮੇ ਤੱਕ ਜੀਵਨ 'ਚ ਕਨਵਰਟ ਨਹੀਂ ਹੁੰਦਾ ਹੈ। ਤੇ ਭਾਈ ਗੁਰਦਾਸ ਸਾਹਿਬ ਨੇ ਇੱਕ ਜਗ੍ਹਾ ਤੇ ਹੋਰ ਉਦਾਹਰਨਾਂ ਦਿੱਤੀਆਂ। ਕਹਿੰਦੇ ਕੇਵਲ ਮੂੰਹ ਤੋਂ ਖੰਡ ਖੰਡ ਕਹੀ ਜਾਏ ਬੰਦਾ, ਭਾਵੇਂ ਸਾਰੀ ਜ਼ਿੰਦਗੀ ਖੰਡ ਖੰਡ ਕਹਿੰਦਾ ਰਵੇ, ਖੰਡ ਕਹਿਣ ਦੇ ਨਾਲ ਮੂੰਹ ਮਿੱਠਾ ਨਹੀਂ ਹੁੰਦਾ ਜਿੰਨੀ ਦੇਰ ਤੱਕ ਖੰਡ ਮੂੰਹ 'ਚ ਪੈਂਦੀ ਨਹੀਂ ਹੈ। ਖਾਂਡ ਜੈਸੇ ਖਾਂਡ ਖਾਂਡ ਕਹਿ ਮੁਖ ਨਹੀਂ ਮੀਠਾ ਹੋਏ, ਜਬ ਲਗ ਜੀਭ ਸਵਾਦ ਖਾਂਡ ਨਹੀਂ ਖਾਈ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿੰਨੀ ਦੇਰ ਖੰਡ ਖਾਵਾਂਗੇ ਨਹੀਂ, ਖੰਡ ਖੰਡ ਕਹਿਣ ਦੇ ਨਾਲ ਮੂੰਹ ਮਿੱਠਾ ਨਹੀਂ ਜੇ ਹੁੰਦਾ। ਦੂਜੀ ਉਦਾਹਰਨ ਉਹਨਾਂ ਨੇ ਦਿੱਤੀ ਕਿ ਸਰਦ ਰੁੱਤ ਹੋਏ, ਸਿਆੜ ਹੋਵੇ, ਬਹੁਤ ਠੰਡ, ਬੰਦਾ ਠੰਡ ਕਰਕੇ ਕੰਬ ਰਿਹਾ ਹੋਵੇ ਤੇ ਅੱਗ ਅੱਗ ਮੂੰਹ ਤੋਂ ਕਹਿਣਾ ਸ਼ੁਰੂ ਕਰ ਦਵੇ, ਤੇ ਅੱਗ ਅੱਗ ਕਹਿਣ ਦੇ ਨਾਲ ਬੰਦੇ ਦੀ ਠੰਡ ਖਤਮ ਨਹੀਂ ਹੋ ਸਕਦੀ ਹੈ ਜਿੰਨੀ ਦੇਰ ਤੱਕ ਉਹ ਅੱਗ ਬਾਲਦਾ ਨਹੀਂ ਹੈ, ਅੱਗ ਨੂੰ ਸੇਕਦਾ ਨਹੀਂ ਹੈ। ਤੇ ਨਾਲ ਭਾਈ ਗੁਰਦਾਸ ਸਾਹਿਬ ਨੇ ਇਹ ਉਦਾਹਰਣ ਦਿੱਤੀ। ਕਹਿੰਦੇ ਰਾਤ ਹਨੇਰੀ ਹੋਏ, ਬਹੁਤ ਘੁੱਪ ਹਨੇਰਾ ਹੈ, ਤੇ ਕੱਲਾ ਦੀਵਾ ਦੀਵਾ ਕਹਿਣ ਦੇ ਨਾਲ ਤੇ ਰੋਸ਼ਨੀ ਨਹੀਂ ਹੋ ਸਕਦੀ, ਚਾਨਣ ਚਾਨਣ ਕਹਿਣ ਦੇ ਨਾਲ ਚਾਨਣ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਦੀਵਾ ਜਗਾ ਨਹੀਂ ਲਿਆ ਜਾਂਦਾ ਹੈ, ਜਿੰਨੀ ਦੇਰ ਤੱਕ ਕੋਈ ਰੋਸ਼ਨੀ ਦਾ ਪ੍ਰਬੰਧ ਨਹੀਂ ਹੁੰਦਾ। ਕੱਲਾ ਦੀਪਕ ਦੀਪਕ ਕਹਿਣ ਦੇ ਨਾਲ ਹਨੇਰਾ ਖਤਮ ਨਹੀਂ ਹੁੰਦਾ ਹੈ। ਜੈਸੇ ਰਾਤ ਅੰਧੇਰੀ ਮੈਂ, ਦੀਪਕ ਦੀਪਕ ਕਹਿ ਤਿਮਰ ਨ ਜਾਈ, ਜਬ ਲਗ ਨ ਜਰਾਈ ਹੈ। ਦੀਵਾ ਦੀਵਾ ਕਹੀ ਜਾਓ, ਉਨੀ ਦੇਰ ਹਨੇਰਾ ਨਹੀਂ ਜਾਏਗਾ ਜਿੰਨੀ ਦੇਰ ਤੱਕ ਦੀਵਾ ਜਗਾ ਨਹੀਂ ਲੈਂਦੇ ਹਾਂ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਗਿਆਨ ਗਿਆਨ ਕਹਿ ਗਿਆਨ ਹੂ ਨਾ ਹੋਤ ਕੱਛ, ਜਬ ਲਗ ਗੁਰ ਗਿਆਨ ਅੰਤਰ ਨਹਿ ਪਾਈ ਹੈ। ਕੱਲਾ ਗਿਆਨ ਗਿਆਨ ਕਹਿਣ ਦੇ ਨਾਲ ਕਿਸੇ ਨੂੰ ਗਿਆਨ ਹਾਸਲ ਨਹੀਂ ਹੁੰਦਾ ਜਿੰਨੀ ਦੇਰ ਤੱਕ ਬੰਦਾ ਗੁਰੂ ਕੋਲ ਆ ਕੇ ਗੁਰੂ ਦਾ ਗਿਆਨ ਹਾਸਲ ਨਹੀਂ ਕਰਦਾ ਹੈ, ਉਨੀ ਦੇਰ ਤੱਕ ਅੰਦਰ ਗੁਰੂ ਦਾ ਗਿਆਨ ਨਹੀਂ ਵਰਤਦਾ। ਬਾਹਰ ਦੀ ਵਿਦਿਆ ਵੀ ਹੈ, ਕਿਸੇ ਕਿਤਾਬ ਦਾ ਆਪਾਂ ਨਾਮ ਹੀ ਬਸ ਲਈ ਜਾਈਏ, ਉਹਨੂੰ ਅੱਗੇ ਖੋਲ ਕੇ ਪੜ੍ਹੀਏ ਹੀ ਨਾ, ਤੇ ਇਕੱਲਾ ਕਿਤਾਬ ਦਾ ਨਾਮ ਹੀ ਮੁੱਖ ਤੋਂ ਵਾਰ-ਵਾਰ ਰਿਪੀਟ ਕਰਨ ਦੇ ਨਾਲ ਜਿਹੜਾ ਉਸ ਕਿਤਾਬ ਉਸ ਪੁਸਤਕ ਗ੍ਰੰਥ ਦੇ ਅੰਦਰ ਗਿਆਨ ਹੈ ਉਹ ਪ੍ਰਾਪਤ ਨਹੀਂ ਹੋ ਸਕਦਾ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਤੈਸੇ ਗੁਰ ਧਿਆਨ ਕਹਿ ਗੁਰ ਧਿਆਨ ਹੂ ਨਾ ਪਾਵਤ ਕੱਛ, ਜਬ ਲਗ ਗੁਰ ਦਰਸ ਜਾਏ ਨਾ ਸਮਾਈ ਹੈ। ਇਸੇ ਤਰ੍ਹਾਂ ਗੁਰੂ ਧਿਆਨ ਕਿਹਾ ਬੰਦਾ ਗੁਰੂ ਦਾ ਧਿਆਨ ਹਾਸਲ ਨਹੀਂ ਜੇ ਕਰ ਲੈਂਦਾ ਜਦੋਂ ਤੱਕ ਗੁਰੂ ਕੋਲ ਆ ਕੇ ਗੁਰੂ ਦਾ ਗਿਆਨ ਤੇ ਗੁਰੂ ਦੀ ਅਸੀਸ ਲੈ ਕੇ ਗੁਰ ਗਿਆਨ ਦੀ ਉਹ ਕਮਾਈ ਨਹੀਂ ਕਰਦਾ, ਉਨੀ ਦੇਰ ਤੱਕ ਗੁਰ ਧਿਆਨ ਤੱਕ ਨਹੀਂ ਪਹੁੰਚ ਕਹਿਣ ਦਾ ਭਾਵ ਕਿ ਗੱਲ ਕੇਵਲ ਗੱਲਾਂ ਬਾਤਾਂ ਦੀ ਨਹੀਂ ਹੈ। ਇੱਕ ਫੇਰਾਂ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਮਹਾਰਾਜ ਕਹਿੰਦੇ ਗੱਲਾਂ ਦੇ ਨਾਲ ਗੱਲ ਨਹੀਂ ਬਣ ਸਕਦੀ। ਜੋਗੀਆਂ ਦੇ ਨਾਲ ਜਦੋਂ ਗੁਰੂ ਮਹਾਰਾਜ ਜੀ ਦੀ ਵਿਚਾਰ ਹੋਈ, ਉਹ ਕਹਿਣ ਲੱਗੇ ਜੀ ਵੇਖੋ ਅਸੀਂ ਤੇ ਸਰੀਰ ਤੇ ਸਵਾਹ ਵੀ ਮਲਦੇ ਹਾਂ, ਕੰਨਾਂ 'ਚ ਮੁੰਦਰਾਂ ਵੀ ਪਾਈਆਂ ਨੇ, ਬਾਹਰ ਦਾ ਸਾਰਾ ਭੇਖ ਉਹਨਾਂ ਨੇ ਧਾਰਨ ਕੀਤਾ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਹਰ ਦਾ ਭੇਖ ਤੇ ਤੁਸੀਂ ਧਾਰਨ ਕੀਤਾ ਹੈ, ਪਰ ਜਿਹੜੀ ਗਿਆਨ ਦੀ ਸਚਾਈ ਦੀ ਕਮਾਈ ਜੀਵਨ ਦੇ ਵਿੱਚ ਹੋਣੀ ਚਾਹੀਦੀ ਸੀ ਉਹ ਕਮਾਈ ਤੁਹਾਡੇ ਕੋਲ ਨਹੀਂ ਹੈ। ਤੇ ਚੇਤੇ ਰੱਖਿਓ ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਦੇਖੈ ਜੋਗੀ ਕਹੀਐ ਸੋਈ। ਤੁਹਾਡੀ ਦ੍ਰਿਸ਼ਟੀ ਦੇ ਵਿੱਚ ਤੇ ਅਜੇ ਏਕਤਾ ਵਾਲੀ ਗੱਲ ਨਹੀਂ ਬਣੀ। ਤੁਸੀਂ ਕਿਸੇ ਨੂੰ ਮਾੜਾ ਕਹਿੰਦੇ, ਕਿਸੇ ਨੂੰ ਚੰਗਾ ਕਹਿੰਦੇ ਹੋ। ਜਦੋਂ ਲੋੜ ਹੁੰਦੀ ਹੈ ਗ੍ਰਸਤੀਆਂ ਕੋਲ ਖੱਪਰ ਲੈ ਕੇ ਪਹੁੰਚ ਜਾਂਦੇ ਹੋ, ਜਦੋਂ ਜ਼ਰੂਰਤ ਨਹੀਂ ਹੈ ਤੇ ਉਦੋਂ ਦਿਨ ਰਾਤ ਕਹੀ ਜਾਂਦੇ ਗ੍ਰਸਤ ਮਾੜਾ ਗ੍ਰਸਤ ਮਾੜਾ। ਹਜੂਰ ਕਹਿੰਦੇ ਇੱਦਾਂ ਗੱਲ ਨਹੀਂ ਬਣਦੀ। ਗੱਲ ਉਦਣ ਬਣੇਗੀ ਜਦੋਂ ਏਕ ਦ੍ਰਿਸ਼ਟ ਕਰ ਸੰਸਰ ਦੇਖੈ ਜੋਗੀ ਕਹੀਐ ਸੋਈ। ਤੁਹਾਡੀ ਦ੍ਰਿਸ਼ਟੀ ਦੇ ਅੰਦਰ ਏਕਤਾ ਬਰਾਬਰਤਾ ਬਣੇਗੀ। ਕੇਵਲ ਬਾਹਰ ਦੀਆਂ ਗੱਲਾਂ ਦੇ ਨਾਲ ਗੱਲ ਨਹੀਂ ਬਣ ਸਕਦੀ। ਇੱਕ ਜਗ੍ਹਾ ਮਹਾਰਾਜ ਨੇ ਕੜਛੀ ਦੀ ਉਦਾਹਰਣ ਦਿੱਤੀ ਕਿ ਵੇਖੋ ਕੜਛੀ ਤੇ ਰਾਹੀਂ ਕਿੰਨੀਆਂ ਚੀਜ਼ਾਂ ਲੰਗਰ 'ਚ ਵਰਤਾਈਆਂ ਜਾਂਦੀਆਂ ਨੇ।
ਦਾਲ ਵਰਤਾਉਣੀ ਹੈ, ਫਿਰ ਕੜਛੀ ਖੀਰ ਵਰਤਾਉਣੀ, ਫਿਰ ਕੜਛੀ ਕੜਾਹ ਵਰਤਾਉਣਾ, ਫਿਰ ਕੜਛੀ ਕੋਈ ਹੋਰ ਪਦਾਰਥ ਵਰਤਾਉਣਾ ਕੜਛੀ ਦੇ ਰਾਹੀਂ। ਹੁਣ ਸਾਰੀ ਪੰਗਤ ਦੇ ਵਿੱਚ ਦਾਲ ਸਬਜ਼ੀ ਭਾਜੀ ਖੀਰ ਵਰਤਾਉਣ ਤੋਂ ਬਾਅਦ ਅਖੀਰ ਕੀ ਹੁੰਦਾ ਹੈ? ਕੜਛੀ ਨੂੰ ਖਾਲੀ ਕਰਕੇ ਭਾਂਡੇ ਤੇ ਫਿਰ ਰੱਖ ਦਿੱਤਾ ਜਾਂਦਾ। ਉਹਨੂੰ ਪੁੱਛੀਏ, ਤੂੰ ਇੰਨੀਆਂ ਸਬਜ਼ੀਆਂ ਵਰਤਾਈਆਂ ਨੇ, ਦੱਸ ਕਿਸੇ ਪਦਾਰਥ ਦਾ ਸਵਾਦ? ਤੇ ਕੜਛੀ ਕਿਸੇ ਪਦਾਰਥ ਦਾ ਸਵਾਦ ਨਹੀਂ ਦੱਸ ਸਕਦੀ। ਉਹ ਵਰਤਾਉਂਦੀ ਤੇ ਪਈ ਆ, ਉਹ ਖਾਂਦੀ ਕੁਝ ਨਹੀਂ ਹੈ। ਮਹਾਰਾਜ ਕਹਿੰਦੇ ਕੜਛੀਆਂ ਫਿਰਨ ਸਵਾਓ ਨਾ ਜਾਣਨ ਸੁਣੀਆਂ। ਭਾਵੇਂ ਉਹ ਸਾਰੇ ਪਦਾਰਥਾਂ 'ਚ ਫਿਰਦੀਆਂ ਨੇ, ਪਰ ਉਹ ਆਪ ਸਵਾਦ ਤੋਂ ਸਖਣੀਆਂ ਹੀ ਹੁੰਦੀਆਂ ਹਨ। ਤੇ ਇਸੇ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਉਸ ਮਨੁੱਖ ਦੀ ਗੱਲ ਜੇ ਜਿਹਦੇ ਕੋਲ ਬਾਹਰ ਦੀ ਕਹਿਣੀ ਤੇ ਬੜੀ ਹੈ ਪਰ ਕਮਾਈ ਕੋਈ ਨਹੀਂ ਹੈ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਉਹਦੇ ਜੀਵਨ ਦੀ ਹਾਲਤ ਵੀ ਕੜਛੀ ਤੋਂ ਵੱਧ ਕੇ ਕੁਝ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਦਾ ਸਿਧਾਂਤ ਇਹ ਹੈ ਕਿ ਪਹਿਲਾਂ ਅਸੀਂ ਆਪ ਮੰਨੀਏ। ਜਿਹੜੀ ਗੱਲ ਅਸੀਂ ਆਪ ਮੰਨ ਕੇ ਕਮਾ ਕੇ ਕਰਦੇ ਹਾਂ ਉਹਦਾ ਪ੍ਰਭਾਵ ਇੱਕ ਵੱਖਰਾ ਹੈ। ਜਿਵੇਂ ਕਹਿੰਦੇ ਇੱਕ ਮਹਾਤਮਾ ਦੇ ਕੋਲ ਇੱਕ ਇਸਤਰੀ ਆਪਣੇ ਛੋਟੇ ਜਿਹੇ ਬੱਚੇ ਨੂੰ ਲੈ ਕੇ ਪਹੁੰਚੀ। ਜੀ ਇਹ ਮਿੱਠਾ ਬੜਾ ਖਾਂਦਾ ਹੈ, ਗੁੜ ਬੜਾ ਖਾਂਦਾ ਹੈ, ਸਾਰੀ ਦਿਹਾੜੀ ਬਸ ਉੱਧਰ ਹੀ ਇਹਦਾ ਧਿਆਨ ਰਹਿੰਦਾ, ਇਹਨੂੰ ਤੁਸੀਂ ਥੋੜ੍ਹਾ ਸਮਝਾਵੋ। ਤੁਸੀਂ ਕਹੋ ਤੁਹਾਡੇ ਕਹਿਣ ਦਾ ਅਸਰ ਹੋਏਗਾ, ਬੱਚਾ ਮਿੱਠਾ ਖਾਣਾ ਛੱਡ ਦੇਵੇਗਾ। ਮਹਾਤਮਾ ਕਹਿਣ ਲੱਗਾ ਕੋਈ ਨਾ, ਤੂੰ ਹਫ਼ਤੇ ਬਾਅਦ ਇਹਨੂੰ ਲੈ ਕੇ ਆਈ, ਮੈਂ ਫਿਰ ਇਹਨੂੰ ਸਮਝਾਵਾਂਗਾ ਕਵਾਂਗਾ। ਹਫ਼ਤੇ ਬਾਅਦ ਮਾਤਾ ਫਿਰ ਲੈ ਕੇ ਆਈ। ਜੀ ਕਹੋ ਇਸ ਬੱਚੇ ਨੂੰ ਸਮਝਾਵੋ। ਮਹਾਤਮਾ ਕਹਿਣ ਲੱਗਾ ਅਜੇ ਨਹੀਂ, ਇਹਨੂੰ ਅਗਲੇ ਹਫ਼ਤੇ ਲਿਆਣਾ, ਫਿਰ ਮੈਂ ਇਹਨੂੰ ਚੰਗੀ ਤਰ੍ਹਾਂ ਸਮਝਾਵਾਂਗਾ। ਹੁਣ 15 ਦਿਨੀ ਮਾਤਾ ਫਿਰ ਬੱਚੇ ਨੂੰ ਲੈ ਕੇ ਪਹੁੰਚੀ। ਮਹਾਤਮਾ ਨੇ ਉਹ ਬੱਚੇ ਨੂੰ ਕੋਲ ਬਿਠਾਇਆ, ਪਿਆਰ ਦੇ ਨਾਲ ਪਲੋਸ ਕੇ ਕਹਿਣ ਲੱਗਾ ਬੱਚਾ ਇੱਦਾਂ ਮਿੱਠਾ ਬਹੁਤਾ ਮਿੱਠਾ ਨਹੀਂ ਖਾਣਾ ਚਾਹੀਦਾ ਹੈ, ਜ਼ਿਆਦਾ ਹੀ ਮਿੱਠਾ ਹੀ ਖਾਂਦਾ ਰਵੇਂਗਾ ਤੇ ਫਿਰ ਬਿਮਾਰ ਹੋਏਗਾ। ਜੋ ਗੱਲਾਂ ਕਹਿਣੀਆਂ ਸਨ ਕਹਿ ਦਿੱਤੀਆਂ ਉਹਨੇ, ਬੱਚੇ ਨੂੰ ਸਮਝਾਇਆ। ਬੱਚੇ ਨੇ ਵੀ ਕਹਿ ਦਿੱਤਾ ਠੀਕ ਹੈ ਜੀ, ਮੈਂ ਤੁਹਾਡੇ ਨਾਲ ਵਾਅਦਾ ਪ੍ਰੋਮਿਸ ਕਰਦਾ ਅੱਜ ਤੋਂ ਬਾਅਦ ਇੱਦਾਂ ਨਹੀਂ ਕਰਾਂਗਾ। ਹੁਣ ਉਹ ਬੱਚਾ ਤਾਂ ਉੱਠ ਕੇ ਚਲਾ ਗਿਆ ਬਾਹਰ। ਮਾਂ ਕੋਲ ਬੈਠੀ ਰਹੀ, ਕਹਿਣ ਲੱਗੀ ਮਹਾਤਮਾ ਜੀ ਆਹ ਜਿਹੜੀਆਂ 2 ਗੱਲਾਂ ਤੁਸੀਂ ਅੱਜ ਕਹੀਆਂ ਨੇ, ਜੇ 15 ਦਿਨ ਪਹਿਲਾਂ ਕਹਿ ਦਿੰਦੇ ਤੁਹਾਡਾ ਕੀ ਘਟਨਾ ਸੀ? 2 ਗੇੜੇ ਮੈਨੂੰ ਨਾ ਮਾਰਨੇ ਪੈਂਦੇ, ਪਹਿਲੇ ਦਿਨ ਹੀ ਤੁਸੀਂ ਬੱਚੇ ਨੂੰ ਇਹ 4 ਗੱਲਾਂ ਕਹਿ ਕੇ ਸਮਝਾ ਦਿੰਦੇ। ਮਹਾਤਮਾ ਕਹਿਣ ਲੱਗਾ ਕਿੱਦਾਂ ਸਮਝਾਉਂਦਾ? ਉਦੋਂ ਤੇ ਮੈਂ ਆਪ ਹੀ ਬੜਾ ਮਿੱਠਾ ਖਾਂਦਾ ਸਾਂ, ਗੁੜ ਖਾਂਦਾ ਸਾਂ। ਮੈਂ ਪਹਿਲਾਂ 15 ਦਿਨ ਆਪਣੇ ਆਪ ਨੂੰ ਕਾਬੂ ਕੀਤਾ, ਆਪਣੇ ਆਪ ਨੂੰ ਬਦਲਿਆ। ਹੁਣ ਜਦੋਂ ਮੈਂ ਉਸ ਚੀਜ਼ ਤੇ ਕਾਬੂ ਪਾ ਲਿਆ, ਹੁਣ ਮੈਂ ਅੱਗੇ ਬੱਚੇ ਨੂੰ ਕਹਿਣ ਦੇ ਯੋਗ ਹੋ ਗਿਆ ਹਾਂ ਤੇ ਮੇਰੇ ਬੋਲਾਂ ਦੇ ਵਿੱਚ ਵੀ ਵਿਸ਼ਵਾਸ ਹੈ। ਅੱਜ ਜਦੋਂ ਮੈਂ ਕਹਿ ਰਿਹਾ ਇਹ ਸੱਚ ਹੈ। ਜਿਹੜੀ ਬੁਰਾਈ ਸਾਡੇ ਆਪਣੇ ਜੀਵਨ 'ਚ ਹੋਵੇ, ਅਸੀਂ ਦੂਜੇ ਨੂੰ ਉਸ ਬੁਰਾਈ ਤੋਂ ਵਰਜਣਾ ਚਾਹੀਏ। ਭਾਵੇਂ ਬਾਹਰੀ ਅੱਖਰੀ ਜ਼ੁਬਾਨੀ ਤੇ ਕਹਿ ਦਈਏ, ਪਰ ਉਸ ਵਿਸ਼ਵਾਸ ਦੇ ਨਾਲ ਗੱਲ ਨਹੀਂ ਕਰ ਪਾਉਂਦੇ, ਕਿਉਂਕਿ ਸਾਨੂੰ ਪਤਾ ਦੂਜੇ ਨੂੰ ਕੀ ਸਮਝਾਈਏ। ਅਸੀਂ ਤੇ ਆਪ ਸਾਡੇ ਜੀਵਨ 'ਚ ਤੇ ਆਪ ਉਹ ਘਾਟ ਹੈ, ਦੂਜੇ ਨੂੰ ਕੀ ਸਵਾਰੀਏ। ਪਰ ਜਦੋਂ ਆਪਣੇ ਜੀਵਨ ਦੇ ਅੰਦਰ ਉਹ ਘਾਟ ਨਹੀਂ ਹੋਏਗੀ, ਦੂਜੇ ਨੂੰ ਕਵਾਂਗੇ, ਫਿਰ ਕਹਿਣ ਦਾ ਇੱਕ ਵੱਖਰਾ ਪ੍ਰਭਾਵ ਹੈ। ਇਸੇ ਨੂੰ ਗੁਰੂ ਕਹਿੰਦੇ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਉਹਨਾਂ ਦੀ ਸਿੱਖਿਆ ਦਾ ਅਸਰ ਪ੍ਰਭਾਵ ਹੈ। ਤੇ ਕਬੀਰ ਸਾਹਿਬ ਕਹਿੰਦੇ ਜਿਹੜੇ ਕੇਵਲ ਬਾਹਰ ਦੂਜਿਆਂ ਨੂੰ ਤੇ ਉਪਦੇਸ਼ ਦੇ ਪਏ ਨੇ, ਦੂਜਿਆਂ ਦੀਆਂ ਤੇ ਗੱਲਾਂ ਕਰ ਰਹੇ ਨੇ, ਆਪਣੇ ਵਾਲੇ ਪਾਸੇ ਧਿਆਨ ਹੀ ਕੋਈ ਨਹੀਂ ਹੈ, ਉਹਨਾਂ ਦਾ ਕੀ ਬਣਦਾ ਹੈ? ਕਬੀਰ ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਕਬੀਰ ਸਾਹਿਬ ਕਹਿੰਦੇ ਉਹਨਾਂ ਦੀ ਹਾਲਤ ਤੇ ਇਹ ਹੈ ਕਿ ਉਹ ਦੂਜੇ ਦੀ ਖੇਤੀ ਤੇ ਬੜੀ ਨਜ਼ਰ ਰੱਖ ਰਹੇ ਨੇ, ਆਪਣੇ ਵਾਲੇ ਪਾਸੇ ਧਿਆਨ ਹੀ ਕੋਈ ਨਹੀਂ ਹੈ। ਦੂਜੇ ਵਾਲੇ ਪਾਸੇ ਨਜ਼ਰ, ਆਪਣੇ ਵਾਲੇ ਪਾਸੇ ਨਜ਼ਰ ਹੀ ਕੋਈ ਨਹੀਂ ਸੀ। ਆਪਣੀ ਖੇਤੀ ਤਬਾਹ ਹੋ ਗਈ, ਉਹ ਰਹਿ ਗਏ ਦੂਜਿਆਂ ਨੂੰ ਵੇਂਦਿਆਂ। ਕਿੰਨੇ ਲੋਕ ਹੁੰਦੇ ਹਨ ਜਿਨ੍ਹਾਂ ਦਾ ਧਿਆਨ ਕੇਵਲ ਦੂਜਿਆਂ ਤੇ ਹੁੰਦਾ ਹੈ, ਦੂਜਿਆਂ ਦੇ ਘਰਾਂ ਤੇ ਹੁੰਦਾ ਹੈ। ਦੂਜਿਆਂ ਦੇ ਘਰਾਂ ਦੀ ਤੇ ਸਾਰੀ ਨਿੱਕੀ ਨਿੱਕੀ ਗੱਲ ਦਾ ਉਹਨਾਂ ਨੂੰ ਪਤਾ ਹੁੰਦਾ ਹੈ, ਆਪਣੇ ਘਰ ਕੀ ਹੋ ਰਿਹਾ ਪਤਾ ਹੀ ਕੁਝ ਨਹੀਂ ਹੁੰਦਾ। ਆਪਣੇ ਘਰ ਦਾ ਪਤਾ ਤੇ ਬਾਅਦ 'ਚ ਲੱਗਦਾ ਹੈ ਇਹ ਕੀ ਹੋ ਗਿਆ। ਸੋ ਕਬੀਰ ਸਾਹਿਬ ਕਹਿੰਦੇ ਜਿਹੜਾ ਕੇਵਲ ਦੂਜੇ ਨੂੰ ਉਪਦੇਸ਼ ਦਿੰਦਾ, ਆਪ ਨਹੀਂ ਮੰਨਦਾ, ਉਹ ਇੱਦਾਂ ਹੈ ਜਿਵੇਂ ਦੂਜੇ ਦੀ ਫਸਲ ਤੇ ਕਿਸੇ ਦਾ ਧਿਆਨ ਹੋਵੇ ਤੇ ਆਪਣੇ ਤੇ ਧਿਆਨ ਨਾ ਹੋਵੇ ਤੇ ਆਪਣੇ ਵਾਲੀ ਬਰਬਾਦ ਹੋ ਜਾਏ। ਉਹਨਾਂ ਦੀ ਵੀ ਜੀਵਨ ਰੂਪੀ ਖੇਤੀ ਬਰਬਾਦ ਹੀ ਹੁੰਦੀ ਜੇ ਜਿਹੜੇ ਕੇਵਲ
ਦੂਜਿਆਂ ਤੱਕ ਸੀਮਤ ਰਹਿੰਦੇ ਹਨ। ਅੱਗੇ ਕਬੀਰ ਸਾਹਿਬ ਫਰਮਾਨ ਕਰਦੇ, ਕਬੀਰ ਸਾਧੂ ਕੀ ਸੰਗਤ ਰਹੂੰ, ਜਉਂ ਕੀ ਭੂਸੀ ਖਾऊं। ਕਬੀਰ ਸਾਹਿਬ ਜੀ ਕਹਿੰਦੇ ਰਹਿਣਾ ਹੈ ਅਸੀਂ ਗੁਰਮੁਖਾਂ ਦੀ ਸੰਗਤ ਦੇ ਵਿੱਚ, ਭਲੇ ਪੁਰਖਾਂ ਦੀ ਸੰਗਤ ਦੇ ਵਿੱਚ। ਉਹਦੇ ਲਈ ਬੇਸ਼ੱਕ ਸਾਨੂੰ ਬਹੁਤ ਸਧਾਰਨ ਭੋਜਨ ਖਾਣਾ ਪਵੇ, ਜਉਂ ਆਦਿਕ ਦਾ ਬਣਿਆ ਹੋਇਆ ਭੋਜਨ ਵੀ ਕਿਉਂ ਨਾ ਖਾਣਾ ਪਵੇ, ਕਿਉਂਕਿ ਜਦੋਂ ਆਪਾਂ ਚੰਗਿਆਂ ਦੀ ਭਲਿਆਂ ਦੀ ਸੰਗਤ ਦੇ ਵਿੱਚ ਜੁੜਾਂਗੇ ਤੇ ਕੁਦਰਤੀ ਗੱਲ ਹੈ ਉੱਥੇ ਸਾਰੀਆਂ ਗੱਲਾਂ ਭਲਾਈ ਦੀਆਂ, ਨੇਕੀ ਦੀਆਂ, ਇਮਾਨਦਾਰੀ ਦੀਆਂ ਹੋਣੀਆਂ ਹਨ। ਤੇ ਇਮਾਨਦਾਰੀ ਦੇ ਨਾਲ ਜਦੋਂ ਬੰਦਾ ਕਮਾਉਂਦਾ ਤੇ ਖਾਂਦਾ ਹੈ ਉਹ ਤਾਂ ਫਿਰ ਸੀਮਤ ਹੀ ਹੁੰਦਾ ਹੈ ਕੰਮ। ਤੇ ਜਿਹਦੀ ਕਮਾਈ ਦੇ ਵਿੱਚ ਬੇਈਮਾਨੀ ਹੈ, ਪਦਾਰਥ ਉਹਦੇ ਕੋਲ ਭਾਵੇਂ ਬੜੇ ਆਉਂਦੇ ਹਨ ਪਰ ਹੁੰਦੀ ਉਹ ਬੇਈਮਾਨੀ ਦੀ ਕਮਾਈ ਹੈ। ਜਿਹੜੇ ਬੇਈਮਾਨੀ ਦੀ ਕਮਾਈ ਕਰਦੇ ਘਰ ਬੜੇ ਭਰੇ ਹੋਣਗੇ, ਪਦਾਰਥ ਖਾਣ ਦੇ ਲਈ ਹਜ਼ਾਰਾਂ ਤਰ੍ਹਾਂ ਦੇ ਹੋਣਗੇ, ਪਰ ਅਸਲ ਦੇ ਵਿੱਚ ਉਹ ਬਾਹਰ ਦੇ ਮਿੱਠੇ ਪਦਾਰਥ ਵੀ ਅੰਦਰੋਂ ਵਿਸ਼ ਗੰਦਲਾਂ ਹਨ, ਜ਼ਹਿਰ ਦੇ ਨਾਲ ਭਰੇ ਹੋਏ ਨੇ। ਇਮਾਨ ਵਾਲੀ ਰੁੱਖੀ ਮਿੱਸੀ ਖਾ ਕੇ ਵੀ ਬੰਦਾ ਚੈਨ ਦੀ ਨੀਂਦਰੇ ਸੌਂ ਜਾਂਦਾ ਹੈ, ਬੇਈਮਾਨੀ ਦੇ 36 ਪ੍ਰਕਾਰ ਦੇ ਪਕਵਾਨ ਖਾ ਕੇ ਵੀ ਮੰਜੇ ਤੇ ਪਿਆ ਚਿੰਤਾ ਲੱਗੀ ਰਹਿੰਦੀ ਹੈ ਕਿ ਕਿਧਰੇ ਮੇਰੇ ਪਾਪਾਂ ਦਾ ਬਾਹਰ ਪਤਾ ਨਾ ਲੱਗ ਜਾਏ। ਸੋ ਕਬੀਰ ਸਾਹਿਬ ਜੀ ਕਹਿੰਦੇ ਕਿ ਰਵਾਂਗੇ ਅਸੀਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਹੀ, ਭਲੇ ਪੁਰਖਾਂ ਦੀ ਸੰਗਤ ਦੇ ਵਿੱਚ ਹੀ, ਬੇਸ਼ੱਕ ਸਾਨੂੰ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਨਾ ਪਵੇ, ਕੋਈ ਫਰਕ ਨਹੀਂ ਹੈ, ਮਾੜਿਆਂ ਦੀ ਸੰਗਤ 'ਚ ਨਹੀਂ ਜਾਵਾਂਗੇ। ਕਬੀਰ ਸਾਧੂ ਕੀ ਸੰਗਤ ਰਹੂੰ, ਜਉਂ ਕੀ ਭੂਸੀ ਖਾऊं, ਹੋਣਹਾਰ ਸੋ ਹੋਏ ਹੈ, ਸਾਕਤ ਸੰਗ ਨਾ ਜਾऊं। ਕਹਿੰਦੇ ਜੋ ਹੋਣਾ ਸੋ ਹੋ ਜਾਵੇ, ਪਰ ਸਾਕਤਾਂ ਦੀ ਸੰਗਤ ਦੇ ਵਿੱਚ, ਮਾੜੇ ਬੰਦਿਆਂ ਦੀ ਸੰਗਤ ਦੇ ਵਿੱਚ ਜਾ ਕੇ ਨਹੀਂ ਬਵਾਂਗੇ, ਰਵਾਂਗੇ ਅਸੀਂ ਚੰਗੀ ਸੰਗਤ ਦੇ ਵਿੱਚ ਹੀ ਜੁੜ ਕੇ। ਇਸੇ ਤਰ੍ਹਾਂ ਅਗਲੇ ਸ਼ਲੋਕ 'ਚ ਵੀ ਇਸੇ ਵਿਚਾਰ ਨੂੰ ਅੱਗੇ ਤੋਰਦਿਆਂ ਕਬੀਰ ਜੀ ਫਰਮਾਨ ਕਰਦੇ ਹਨ, ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ। ਕਬੀਰ ਸਾਹਿਬ ਕਹਿੰਦੇ ਜਦੋਂ ਆਪਾਂ ਭਲੇ ਪੁਰਖਾਂ ਦੀ ਸੰਗਤ 'ਚ ਜੁੜਦੇ ਹਾਂ ਤੇ ਉਹਦਾ ਦਿਨ ਪ੍ਰਤੀ ਦਿਨ ਆਤਮਿਕ ਜੀਵਨ ਦੇ ਵਿੱਚ ਲਾਹਾ ਹੀ ਲਾਹਾ ਤੇ ਲਾਭ ਹੀ ਲਾਭ ਪ੍ਰਾਪਤ ਹੁੰਦਾ ਜੇ। ਭਲਿਆਂ ਦੀ ਸੰਗਤ, ਚੰਗੇ ਪੁਰਖਾਂ ਦੀ ਸੰਗਤ, ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਅਵਗੁਣ ਧੋਵੈ। ਅੱਜ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਆਪਾਂ ਕਿੰਨੇ ਅਦਬ ਦੇ ਨਾਲ, ਸਤਿਕਾਰ ਦੇ ਨਾਲ ਲੈਂਦੇ ਹਾਂ। ਜੋ ਇਸ ਅਵਸਥਾ ਤੱਕ ਪਹੁੰਚੇ ਹਨ, ਸਾਰੇ ਗੁਰੂ ਸਾਹਿਬਾਨਾਂ ਨੇ ਉਹਨਾਂ ਦਾ ਮਾਣ, ਉਹਨਾਂ ਦਾ ਸਨਮਾਨ ਕੀਤਾ, ਅਦਬ ਕੀਤਾ। ਤੇ ਉਹਦੇ ਪਿੱਛੇ ਜੀਵਨ, ਇਹ ਧਰਮ ਦੇ ਰਸਤੇ ਤੇ ਜੀਵਨ ਦੀ ਸ਼ੁਰੂਆਤ ਕਦੋਂ ਹੋਈ? ਜਦੋਂ ਗੁਰੂ ਨਾਨਕ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਆਏ, ਸੰਗਤ 'ਚ ਜੁੜੇ। ਗੁਰੂ ਨਾਨਕ ਮਹਾਰਾਜ ਜੀ ਦੇ ਪਾਵਨ ਇਲਾਹੀ ਅੰਮ੍ਰਿਤਮਈ ਬਚਨ ਸੁਣੇ, ਮਨ ਮੁੜ ਗਿਆ ਤੇ ਜੁੜ ਗਿਆ। ਭਾਈ ਬਿਧੀ ਚੰਦ ਗੁਰੂ ਘਰ ਆਉਣ ਤੋਂ ਪਹਿਲਾਂ ਜੀਵਨ ਬੜੀਆਂ ਬੁਰਾਈਆਂ ਵਾਲਾ ਜੀਵਨ ਸੀ, ਪਰ ਸੰਗਤ ਦੇ ਵਿੱਚ ਜੁੜੇ ਤੇ ਐਸਾ ਜੀਵਨ ਨੇ ਪਲਟਾ ਖਾਧਾ ਕਿ ਗੁਰੂ ਮਹਾਰਾਜ ਜੀ ਦੇ ਅਨੰਨ ਸਿੱਖ ਹੋ ਨਿਬੜੇ। ਪਿਆਰੇ ਸਿੱਖ ਜਿਨ੍ਹਾਂ ਨੂੰ ਸਤਿਗੁਰੂ ਨੇ ਆਪ ਸੀਨੇ ਦੇ ਨਾਲ ਲਾ ਕੇ ਕਿਹਾ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਗੁਰ ਸੰਗਤ ਦੀ ਬਰਕਤ ਸਦਕਾ ਕਬੀਰ ਸਾਹਿਬ ਕਹਿੰਦੇ, ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ, ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਕਹਿੰਦੇ ਸਾਕਤ ਦੀ ਜਾਂ ਸਾਕਤ ਦੀ ਸੰਗਤ ਦੀ ਹਾਲਤ ਤੇ ਹੈ ਕਾਲੀ ਕੰਬਲੀ ਦੀ ਤਰ੍ਹਾਂ, ਜਿਹਨੂੰ ਜਿੰਨਾ ਮਰਜ਼ੀ ਧੋਂਦੇ ਰਵੋ, ਜਿੰਨਾ ਮਰਜ਼ੀ ਧੋਂਦੇ ਰਵੋ, ਉਹਨੇ ਚਿੱਟੀ ਨਹੀਂ ਨਿਕਲ ਆਉਣਾ, ਉਹਨੇ ਰਹਿਣਾ ਕਾਲੀ ਦੀ ਕਾਲੀ ਆ। ਭਾਈ ਗੁਰਦਾਸ ਸਾਹਿਬ ਜੀ ਨੇ ਇਸੇ ਤਰ੍ਹਾਂ ਇਸੇ ਵਿਚਾਰ ਨੂੰ ਸਮਝਾਉਂਦਿਆਂ ਹੋਇਆਂ ਤੇ ਕੁਝ ਬੜੀਆਂ ਪਿਆਰੀਆਂ ਉਦਾਹਰਨਾਂ ਦੇ ਕੇ ਸਮਝਾਇਆ ਕਿ ਗੁਰਮੁਖ ਦਾ, ਭਲੇ ਪੁਰਖ ਦਾ ਸੁਭਾਅ ਪਾਣੀ ਦੀ ਤਰ੍ਹਾਂ ਹੈ, ਸਾਕਤ ਦਾ ਸੁਭਾਅ ਪੱਥਰ ਦੀ ਤਰ੍ਹਾਂ ਹੈ। ਹੁਣ ਪਾਣੀ 'ਚ ਜਿਹੜਾ ਮਰਜ਼ੀ ਰੰਗ ਪਾਉਂਦੇ ਹਾਂ ਉਹ ਪਾਣੀ 'ਚ ਘੁਲ ਮਿਲ ਜਾਂਦਾ ਹੈ। ਪੱਥਰ ਤੇ ਜਿੰਨਾ ਮਰਜ਼ੀ ਪਾਣੀ ਪਾਉਂਦੇ ਰਹੋ, ਪੱਥਰ ਸੁੱਕੇ ਦਾ ਸੁੱਕਾ ਹੀ ਰਹਿੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਸਮਝਾਉਂਦਿਆਂ ਹੋਇਆਂ ਬਚਨ ਕਹੇ, ਕਹਿੰਦੇ ਕੰਚਨ ਕਲਸ ਜੈਸੋ ਬਾਂਕੋ ਭਇਓ ਸੂਧੋ ਹੋਏ, ਮਾਟੀ ਕੋ ਕਲਸ ਫੂਟੋ ਜੋਰ ਨਾ ਜੁਰਤ ਹੈ।
ਭਾਈ ਗੁਰਦਾਸ ਸਾਹਿਬ ਕਹਿੰਦੇ ਕੰਚਨ ਕਲਸ ਕੋਈ ਸੋਨੇ ਦਾ ਜਾਂ ਕਿਸੇ ਹੋਰ ਧਾਤ ਦਾ ਹੋਵੇ ਭਾਂਡਾ ਤੇ ਉਹਨੂੰ ਚਿੱਬ ਪੈ ਜਾਏ, ਹੱਥੋਂ ਡਿੱਗ ਜਾਏ, ਉਹਨੂੰ ਦੁਬਾਰਾ ਸਿੱਧਾ ਕਰਕੇ ਵਰਤਿਆ ਜਾ ਸਕਦਾ ਹੈ। ਪਰ ਮਾਟੀ ਕੋ ਕਲਸ ਫੂਟੋ ਜੋਰੋ ਨਾ ਜੁਰਤ ਹੈ। ਮਿੱਟੀ ਦਾ ਭਾਂਡਾ ਇੱਕ ਵਾਰੀ ਹੱਥੋਂ ਡਿੱਗ ਪਿਆ, ਉਹਨੂੰ ਦੁਬਾਰਾ ਜਿੰਨਾ ਮਰਜ਼ੀ ਜੋੜਨ ਦਾ ਯਤਨ ਕਰ ਲਵੋ, ਉਹ ਦੁਬਾਰਾ ਜੁੜ ਨਹੀਂ ਸਕਦਾ ਹੈ। ਫਿਰ ਭਾਈ ਸਾਹਿਬ ਕਹਿੰਦੇ ਬਸਨ ਮਲੀਨ ਹੋਏ ਧੋਏ ਨਿਰਮਲ ਹੋਤ, ਜੈਸੇ ਉਜਰੀ ਨਾ ਹੋਤ ਕਾਰੀ ਕਾਂਬਰੀ ਪਤਨ ਸੈ। ਕੋਈ ਕਹਿੰਦੇ ਬਾਹਰ ਕੱਪੜੇ ਸਾਡੇ ਠੀਕ ਕੰਮਕਾਰ ਆਪਾਂ ਕਰਦੇ ਹਾਂ, ਮੈਲੇ ਗੰਦੇ ਹੁੰਦੇ ਹਨ, ਔਰ ਉਹਨੂੰ ਫਿਰ ਧੋਤਾ ਜਾਂਦਾ ਹੈ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ, ਉਜਰੀ ਨਾ ਹੋਤ ਕਾਰੀ ਕਾਂਬਰੀ ਪਤਨ ਸੈ। ਭਾਈ ਸਾਹਿਬ ਕਹਿੰਦੇ ਕਾਲੀ ਕੰਬਲੀ ਹੋਏ, ਉਹਨੂੰ ਜਿੰਨਾ ਮਰਜ਼ੀ ਧੋਂਦੇ ਰਹੋ। ਜਿਹੜੀ ਗੱਲ ਕਬੀਰ ਸਾਹਿਬ ਕਹਿ ਰਹੇ ਹਨ ਕਿ ਸਾਕਤ ਕਾਰੀ ਕਾਂਬਰੀ, ਸਾਕਤ ਦੀ ਹਾਲਤ ਕਾਲੀ ਕੰਬਲੀ ਦੀ ਤਰ੍ਹਾਂ। ਭਾਈ ਸਾਹਿਬ ਕਹਿੰਦੇ ਕਾਲੀ ਕੰਬਲੀ ਨੂੰ ਜਿੰਨਾ ਮਰਜ਼ੀ ਧੋਂਦੇ ਰਹੋ, ਉਹਨੇ ਚਿੱਟੀ ਕੋਈ ਨਹੀਂ ਹੋਣਾ, ਉਹਨੇ ਰਹਿਣਾ ਕਾਲੀ ਦੀ ਕਾਲੀ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਨੇ ਹੋਰ ਉਦਾਹਰਣ ਦਿੱਤੀ, ਕਹਿੰਦੇ ਜੈਸੇ ਲਾਕਟੀ ਮਗਨ ਸੇਕਤ ਹੀ ਸੂਦੀ ਹੋਏ, ਸਵਾਨ ਪੂਛ ਪਟੰਤਰੋ ਪ੍ਰਗਟ ਮਨ ਤਨ ਸੈ। ਕੋਈ ਸੋਟੀ ਹੈ ਬਾਂਸ ਆਦਿਕ ਦੀ, ਵਿੰਗੀ ਹੋ ਗਈ, ਉਹਨੂੰ ਥੋੜਾ ਸੇਕ ਦਿੱਤਾ, ਉਹ ਪਰਤ ਕੇ ਸਿੱਧੀ ਹੋ ਜਾਂਦੀ ਹੈ। ਤੇ ਭਾਈ ਸਾਹਿਬ ਕਹਿੰਦੇ ਕੁੱਤੇ ਦੀ ਪੂਛ ਨੂੰ ਜਿੰਨਾ ਮਰਜ਼ੀ ਜ਼ੋਰ ਲਾ ਕੇ ਸਿੱਧਿਆਂ ਕਰਦੇ ਰਹੋ, ਉਹ ਸਿੱਧੀ ਕੋਈ ਨਹੀਂ ਹੁੰਦੀ ਹੈ, ਉਹ ਫੇਰ ਵਿੰਗੀ ਦੀ ਵਿੰਗੀ ਰਹਿੰਦੀ। ਤੈਸੇ ਗੁਰ ਸਿੱਖਨ ਸੁਭਾਓ ਜਲ ਮੈਨ ਗਤ, ਸਾਕਤ ਸੁਭਾਓ ਲਾਖ ਪਾਹਨ ਗਤਨ ਸੇ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਦਾ ਸੁਭਾਅ ਤੇ ਹੈ ਪਾਣੀ ਦੀ ਤਰ੍ਹਾਂ, ਸਭ 'ਚ ਘੁਲ ਮਿਲ ਜਾਣ ਵਾਲਾ, ਪਰ ਸਾਕਤ ਦੀ ਹਾਲਤ ਪੱਥਰ ਦੀ ਤਰ੍ਹਾਂ, ਭਾਵੇਂ ਹਜ਼ਾਰਾਂ ਸਾਲ ਪਾਣੀ 'ਚ ਪਿਆ ਰਵੇ, ਉਹ ਫੇਰ ਸੁੱਕੇ ਦਾ ਸੁੱਕਾ ਤੇ ਰੁੱਖੇ ਦਾ ਰੁੱਖਾ ਹੀ ਰਹਿੰਦਾ ਹੈ, ਉਹ ਨਹੀਂ ਬਦਲਦਾ ਹੈ। ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸੋ ਕਬੀਰ ਸਾਹਿਬ ਕਹਿੰਦੇ ਇਸ ਕਰਕੇ ਅਸੀਂ ਤੇ ਜੁੜਨਾ ਹੈ ਸਾਧੂ ਦੀ, ਗੁਰੂ ਦੀ ਸੰਗਤ 'ਚ, ਭਲੇ ਪੁਰਖਾਂ ਦੀ ਸੰਗਤ ਜਿੱਥੇ ਲਾਭ ਹੈ। ਸਾਕਤ ਦੀ ਸੰਗਤ ਦੇ ਵਿੱਚ ਜਾ ਕੇ ਕੀ ਕਰਾਂਗੇ? ਜਿਹੜਾ ਆਪ ਵਿਗੜਿਆ ਹੋਇਆ ਉਹਦੇ ਕੋਲ ਜਾ ਕੇ ਬਵਾਂਗੇ, ਉਹ ਸਾਨੂੰ ਵੀ ਵਿਗਾੜ ਦੇਵੇਗਾ। ਜਿਹੜਾ ਆਪਣੇ ਆਪ ਨੂੰ ਸਵਾਰ ਨਹੀਂ ਸਕਦਾ ਹੈ, ਉਹ ਸਾਨੂੰ ਕੀ ਸਵਾਰੇਗਾ? ਇਸ ਕਰਕੇ ਸਾਕਤਾਂ ਦੀ ਸੰਗਤ ਤੋਂ ਅਸੀਂ ਦੂਰ ਹੀ ਬਿਹਤਰ ਹਾਂ। ਅੱਗੇ ਕਬੀਰ ਸਾਹਿਬ ਫਰਮਾਨ ਕਰਦੇ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਉਹਨਾਂ ਦੀ ਗੱਲ ਕਬੀਰ ਸਾਹਿਬ ਕਰਦੇ ਹਨ ਜਿਨ੍ਹਾਂ ਨੇ ਬਾਹਰੋਂ ਤੇ ਕਰਵਾ ਲਏ ਮੁੰਡਣ, ਹੋਰ ਤਰ੍ਹਾਂ ਤਰ੍ਹਾਂ ਦਾ ਧਰਮ ਭੇਖ ਧਾਰਨ ਕਰ ਲਿਆ, ਪਰ ਮਨ ਨੂੰ ਨਹੀਂ ਬਦਲਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਿਆ। ਇੱਕ ਜੋਗੀ ਆਇਆ, ਬਹੁਤ ਥੋੜੇ ਕੱਪੜੇ ਉਹਨੇ ਸਰੀਰ ਤੇ ਪਹਿਨੇ, ਬਹੁਤਾ ਸਰੀਰ ਉਹਨੇ ਸਵਾਹ ਪਿੰਡੇ ਤੇ ਮਲੀ ਹੋਈ ਸੀ, ਜੋ ਜੋਗੀ ਲੋਕ ਅਕਸਰ ਮਲ ਕੇ ਰੱਖਦੇ ਸਨ। ਮਹਾਰਾਜ ਜੀ ਦੇ ਦਰਬਾਰ 'ਚ ਆ ਕੇ ਜਦੋਂ ਬੈਠਾ ਤੇ ਕੋਲ ਬੈਠਾ ਸੀ ਗੁਰੂ ਕਾ ਸਿੱਖ ਭਾਈ ਸੁਥਰਾ, ਉਹ ਚੁੱਪ ਕਰਕੇ ਸੁਣਦਾ ਰਿਹਾ। ਮਹਾਰਾਜ ਨੇ ਉਸ ਮਹਾਤਮਾ ਨੂੰ ਪੁੱਛਿਆ, ਜੀ ਨਾਮ ਕੀ ਹੈ ਤੁਹਾਡਾ? ਉਹਨੇ ਦੱਸਿਆ, ਜੀ ਮੇਰਾ ਨਾਮ ਸ਼ਾਂਤੀ ਪ੍ਰਸਾਦ ਹੈ। ਭਾਈ ਸੁਥਰੇ ਨੇ ਕੀ ਕੀਤਾ? ਮਹਾਤਮਾ ਦੇ ਪਿੰਡੇ ਤੋਂ ਇੱਕ ਚੁਟਕੀ ਭਰੀ ਸਵਾਹ ਦੀ ਤੇ ਪੁੱਛ ਲਿਆ, ਮਹਾਤਮਾ ਜੀ ਇਹ ਸਵਾਹ ਕਾਹਦੀ ਹੈ ਜਿਹੜੀ ਤੁਸੀਂ ਸਰੀਰ ਤੇ ਮਲੀ ਹੈ? ਮਹਾਤਮਾ ਨੇ ਉੱਤਰ ਦੇ ਦਿੱਤਾ, ਇਹ ਗਾਂ ਦੇ ਗੋਬਰ ਦੀ ਸਵਾਹ ਹੈ। ਠੀਕ ਹੈ। ਅਜੇ ਮਹਾਤਮਾ ਨੇ ਇੱਕ ਅੱਧ ਗੱਲ ਸਤਿਗੁਰਾਂ ਦੇ ਨਾਲ ਹੋਰ ਕੀਤੀ। ਇੰਨੀ ਦੇਰ ਨੂੰ ਭਾਈ ਸੁਥਰੇ ਨੇ ਫੇਰ ਚੁਟਕੀ ਭਰੀ ਪਿੰਡੇ ਤੋਂ ਪੁੱਛਿਆ, ਮਹਾਤਮਾ ਜੀ ਜਿਹੜੀ ਇਹ ਸਵਾਹ ਤੁਸੀਂ ਦੱਸਿਆ ਗਾਂ ਦੀ ਹੈ, ਕਿਹੜੀ ਗਾਂ ਦੀ ਸਵਾਹ ਹੈ ਇਹ? ਕਿਹੜੇ ਗਾਂ ਦੀ ਗੋਬਰ ਦੀ ਸਵਾਹ ਹੈ? ਉਹ ਮਹਾਤਮਾ ਨੂੰ ਬੁਰਾ ਤੇ ਲੱਗਿਆ, ਉਹਨੇ ਫੇਰ ਦੂਜੀ ਵਾਰੀ ਵੀ ਉੱਤਰ ਦੇ ਦਿੱਤਾ, ਜਿਹੜੀ ਕੋਈ ਗਾਂ ਸੀ। ਫਿਰ ਮਹਾਤਮਾ ਜਦੋਂ ਸਤਿਗੁਰਾਂ ਦੇ ਨਾਲ ਗੱਲ ਕਰਨ ਲੱਗਾ, ਸੁਥਰੇ ਨੇ ਫਿਰ ਤੀਜੀ ਵਾਰੀ ਚੁਟਕੀ ਭਰੀ। ਅਜੇ ਸਵਾਲ ਕੀਤਾ ਨਹੀਂ, ਉਦੋਂ ਪਹਿਲਾਂ ਹੀ ਮਹਾਤਮਾ ਖਿੱਝ ਕੇ ਪੈ ਗਿਆ ਭਾਈ ਸੁਥਰੇ ਨੂੰ, ਬੜੇ ਗੁੱਸੇ ਦੇ ਨਾਲ, ਕ੍ਰੋਧ ਦੇ ਨਾਲ, ਤੇ ਨਾਲ ਹੀ ਗੁਰੂ ਮਹਾਰਾਜ ਨੂੰ ਕਹਿਣ ਲੱਗਾ, ਕਿੱਦਾਂ ਦੇ ਤੁਹਾਡੇ ਸਿੱਖ ਨੇ, ਇਹਨਾਂ ਨੂੰ ਪਤਾ ਹੀ ਨਹੀਂ ਹੈ ਸਾਧੂਆਂ ਮਹਾਤਮਾ ਦਾ ਸਤਿਕਾਰ ਕਿੱਦਾਂ ਕਰੀਦਾ ਹੈ।
ਤੇ ਮਹਾਰਾਜ ਕਹਿਣ ਲੱਗੇ, ਸੁਥਰਿਆ ਕਿਉਂ ਇੱਦਾਂ ਕਰ ਰਿਹਾ, ਮਹਾਤਮਾ ਨੂੰ ਤੰਗ ਪਰੇਸ਼ਾਨ ਕਿਉਂ ਕਰ ਰਿਹਾ ਹੈ? ਤੇ ਭਾਈ ਸੁਥਰਾ ਕਹਿਣ ਲੱਗਾ, ਮਹਾਰਾਜ ਤੰਗ ਨਹੀਂ ਕਰ ਰਿਹਾ, ਦੋ ਗੱਲਾਂ ਹਨ। ਇੱਕ ਤੇ ਮਹਾਤਮਾ ਨੇ ਵੇਖੋ ਆਪਣੇ ਪਿੰਡੇ ਤੇ ਸਵਾਹ ਮਲੀ ਹੋਈ ਹੈ। ਦੂਜੇ ਨੰਬਰ ਤੇ ਤੁਸੀਂ ਪੁੱਛਿਆ, ਮਹਾਤਮਾ ਜੀ ਤੁਹਾਡਾ ਨਾਂ ਕੀ ਹੈ? ਤੇ ਇਹਨੇ ਉੱਤਰ ਦਿੱਤਾ ਕਿ ਮੇਰਾ ਨਾਂ ਸ਼ਾਂਤੀ ਪ੍ਰਸਾਦ ਹੈ। ਮਹਾਰਾਜ ਮੈਂ ਵੇਖਣਾ ਚਾਹੁੰਦਾ ਸਾਂ ਕਿ ਇਹ ਸ਼ਾਂਤੀ ਪ੍ਰਸਾਦ ਦੇ ਅੰਦਰ ਕਿੰਨੀ ਕੁ ਸ਼ਾਂਤੀ ਹੈ। ਤੇ ਹੁਣ ਮੈਨੂੰ ਪਤਾ ਲੱਗ ਗਿਆ ਕਿ ਬੇਸ਼ੱਕ ਇਹ ਮਹਾਤਮਾ ਨੇ ਉੱਤਰ ਦਿੱਤਾ ਹੈ ਕਿ ਇਹ ਗਾਂ ਦੇ ਗੋਬਰ ਦੀ ਸਵਾਹ ਹੈ, ਪਰ ਮਹਾਰਾਜ ਮੈਨੂੰ ਪਤਾ ਲੱਗ ਗਿਆ ਮਹਾਤਮਾ ਝੂਠ ਬੋਲ ਰਿਹਾ, ਕਿਸੇ ਗਾਂ ਦੇ ਗੋਬਰ ਦੀ ਸਵਾਹ ਨਹੀਂ ਆਈ ਤੇ ਇਹਦਾ ਨਾਮ ਹੀ ਝੂਠਾ ਹੈ। ਮਹਾਤਮਾ ਵੀ ਹੈਰਾਨ ਤੇ ਸਤਿਗੁਰੂ ਵੀ ਹੈਰਾਨ, ਕਹਿਣ ਲੱਗੇ ਕਿ ਸੁਥਰਿਆ ਤੂੰ ਕਹਿਣਾ ਕੀ ਚਾਹੁੰਦਾ? ਮਹਾਰਾਜ ਕਹਿਣ ਲੱਗੇ, ਖੁੱਲ੍ਹ ਕੇ ਕਹਿ। ਇਹ ਕਹਿਣ ਲੱਗਾ, ਮਹਾਰਾਜ ਇਹਦੇ ਅੰਦਰ ਤੇ ਅੱਗ ਦੇ ਭਾਂਬੜ ਮੱਚਦੇ ਪਏ ਨੇ, ਇਹ ਕਾਹਦਾ ਸ਼ਾਂਤੀ ਪ੍ਰਸਾਦ ਹੈ ਤੇ ਭਾਂਬੜ ਪ੍ਰਸਾਦ ਹੈ? ਮਹਾਰਾਜ ਇਹਦੇ ਆ ਜਿਹੜੀ ਬਾਹਰ ਪਿੰਡੇ ਤੇ ਸਵਾਹ ਹੈ ਨਾ, ਮੈਂ ਦੱਸਦਾ ਇਹ ਕਾਹਦੀ ਸਵਾਹ ਹੈ। ਉਹਨਾਂ ਨੇ ਗੁਰੂ ਕੀ ਬਾਣੀ ਦੇ ਬਚਨ ਪੜ੍ਹ ਕੇ ਸੁਣਾਏ, ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰੇ ਅਥਾ। ਮਹਾਰਾਜ ਇਹ ਸਵਾਹ ਇਹਦੇ ਅੰਦਰ ਦੀ ਕ੍ਰੋਧ ਦੀ ਅੱਗ ਦੀ ਸਵਾਹ ਹੈ, ਕ੍ਰੋਧ ਦੀ ਅੱਗ ਦੀ। ਆ ਬਾਹਰ ਦੇ ਪਿੰਡੇ ਤੇ ਮੜੀ ਹੋਈ ਸਵਾਹ ਕੀ ਕਰੇਗੀ ਜੇ ਆਪਣੇ ਅੰਦਰ ਨੂੰ ਸ਼ਾਂਤ ਨਹੀਂ ਕੀਤਾ ਹੈ? ਬਾਹਰ ਦਾ ਰਖਾਇਆ ਨਾਮ ਕੀ ਕਰੇਗਾ ਜੇ ਅੰਦਰ ਸ਼ਾਂਤੀ ਨਹੀਂ ਹੈ? ਉਹ ਤੇ ਹਜੂਰ ਬਾਣੀ 'ਚ ਵੀ ਕਹਿੰਦੇ, ਮਨ ਅੰਧਾ ਨਾਉ ਸੁਜਾਨ। ਇੱਥੇ ਬੜੇ ਤਰ੍ਹਾਂ ਦੇ ਲੋਕ ਆਪਾਂ ਵੇਖਦੇ ਹਾਂ ਜਿਨ੍ਹਾਂ ਦਾ ਬਾਹਰ ਦਾ ਭੇਖ, ਬਾਹਰ ਦੇ ਨਾਮ ਹੋਰ ਹੁੰਦੇ ਨੇ, ਅੰਦਰ ਦੀਆਂ ਕਰਤੂਤਾਂ ਕੁਝ ਹੋਰ ਹੁੰਦੀਆਂ ਨੇ। ਕਬੀਰ ਸਾਹਿਬ ਕਹਿੰਦੇ ਕਿ ਤੂੰ ਆਪਣਾ ਸਿਰ ਤੇ ਮਨਾ ਲਿਆ, ਮੁੰਡਣ ਕਰਵਾ ਲਿਆ, ਸਾਧੂ ਭੇਖ ਧਾਰਨ ਕਰ ਲਿਆ, ਪਰ ਜਿਹੜੇ ਮਨ ਨੂੰ ਮੁੰਡਣਾ ਚਾਹੀਦਾ ਸੀ, ਕਿਉਂਕਿ ਵਿਕਾਰਾਂ ਦੀ, ਵਿਸ਼ਿਆਂ ਦੀ ਜੜ ਤੇ ਮਨ ਹੈ। ਮਹਾਤਮਾ ਉਹ ਮਨ ਨੂੰ ਤਾਂ ਤੂੰ ਮੁੰਡਿਆ ਨਹੀਂ, ਤੇ ਸਿਰ ਮਨਾਉਣ ਦਾ ਕੀ ਲਾਭ? ਮਨ ਚੋਂ ਤੇ ਅਜੇ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਇਹ ਵਿਸ਼ਿਆਂ ਵਿਕਾਰਾਂ ਦੇ ਵਲਵਲੇ ਤੇ ਉਸੇ ਤਰ੍ਹਾਂ ਪੈਦਾ ਹੁੰਦੇ ਪਏ ਨੇ। ਫਿਰ ਬਦਲਿਆ ਕੀ ਹੈ? ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਮਹਾਰਾਜ ਕਹਿੰਦੇ ਜੋ ਕਰਦਾ ਹੈ ਮਨ ਹੀ ਕਰਦਾ ਹੈ, ਅਸੇ ਬਾਹਰ ਦੇ ਭੇਖ ਦਾ ਕੀ ਲਾਭ ਜੇ ਤੇਰਾ ਅੰਦਰ ਨਹੀਂ ਬਦਲਿਆ। ਕਹਿੰਦੇ ਉਹ ਮਹਾਤਮਾ ਕਿਸੇ ਨੇ ਆਪਣੇ ਆਪ ਨੂੰ ਪੁੱਠਾ ਟੰਗਿਆ ਹੋਇਆ ਸੀ। ਕਿਸੇ ਨੇ ਪੁੱਛ ਲਿਆ, ਮਹਾਤਮਾ ਜੀ ਇਹ ਕੀ ਖੇਡ ਹੈ, ਪੁੱਠਾ ਕਿਉਂ ਟੰਗਿਆ ਜੀ ਆਪਣੇ ਆਪ ਨੂੰ? ਉਹ ਕਹਿਣ ਲੱਗਾ, ਮਨ ਨੂੰ ਸਿੱਧਾ ਕਰਨ ਦੇ ਲਈ ਉਲਟਾ ਲਟਕਿਆ ਪਿਆ ਹਾਂ। ਤੇ ਉਹ ਸਿਆਣਾ ਬੰਦਾ ਕਹਿਣ ਲੱਗਾ, ਮਹਾਤਮਾ ਜੀ ਕੀ ਮਨ ਨੂੰ ਸਿੱਧਾ ਕਰੋਗੇ? ਮਨ ਨੇ ਤੇ ਪਹਿਲਾਂ ਹੀ ਤੁਹਾਨੂੰ ਪੁੱਠਾ ਕੀਤਾ ਪਿਆ, ਤੁਸੀਂ ਮਨ ਨੂੰ ਸਿੱਧਾ ਕੀ ਕਰੋਗੇ? ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੱਲ ਅਸਲ 'ਚ ਮਨ ਨੂੰ ਬਦਲਣ ਦੀ ਹੈ। ਲੋਕ ਤਨ ਤੱਕ ਦੇ ਭੇਖ ਤੇ ਬੜੇ ਧਾਰਨ ਕਰਦੇ ਹਨ, ਪਰ ਜਿਹੜੀਆਂ ਗੱਲਾਂ ਨੇ ਮਨ ਨੂੰ ਸਿੱਧੀਆਂ ਕਰਨਾ, ਸਵਾਰਨਾ ਹੈ, ਉਹ ਗੁਰੂ ਦੇ ਗਿਆਨ ਵਾਲੇ ਪਾਸੇ ਲੋਕ ਤੁਰਦੇ ਕੋਈ ਨਹੀਂ ਹਨ। ਤੇ ਜਿੰਨੇ ਕਰਮ ਹੁੰਦੇ ਹਨ ਕੇਵਲ ਬਾਹਰ ਦੇ ਤਨ ਦੇ, ਸਰੀਰ ਦੇ ਪੱਧਰ ਦੇ ਕਰਮ ਹੁੰਦੇ। ਕਬੀਰ ਸਾਹਿਬ ਕਹਿੰਦੇ ਜੋ ਕਰਦਾ ਮਨ ਕਰਦਾ ਹੈ। ਬਾਣੀ 'ਚ ਮਹਾਰਾਜ ਕਹਿੰਦੇ ਜੋ ਕਿਛ ਕੀਆ ਸੋ ਮਨ ਕੀਆ। ਮਨ ਹੀ ਅਸਲ ਦੇ ਵਿੱਚ ਸਰੀਰ ਦੇ ਕਰਮਾਂ ਦਾ ਕਰਤਾ ਹੈ, ਸਰੀਰ ਰੂਪੀ ਗੱਡੀ ਦਾ ਡਰਾਈਵਰ ਹੈ। ਮਹਾਰਾਜ ਨੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇੱਕ ਬਾਣੀ ਆ ਘੋੜੀਆਂ, ਇੱਕ ਤੇ ਅਲਾਣੀਆਂ ਬਾਣੀ। ਜਦੋਂ ਪੁਰਾਣੀ ਚੜ੍ਹਾਈ ਕਰਦਾ ਹੈ ਤੇ ਆਪਾਂ ਸੰਸਕਾਰ ਉਪਰੰਤ ਗੁਰੂ ਘਰ ਆਉਂਦੇ, ਉਹ ਬਾਣੀ ਦਾ ਪਾਠ ਹੁੰਦਾ। ਉਸ ਬਾਣੀ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਵਡਹੰਸ ਰਾਗ ਦੇ ਵਿੱਚ ਹੀ ਘੋੜੀਆਂ ਬਾਣੀ ਹੈ, ਤੇ ਉੱਥੇ ਮਹਾਰਾਜ ਨੇ ਘੋੜੀ ਕਿਹਾ ਹੈ ਇਸ ਸਰੀਰ ਨੂੰ, ਕਾਇਆ ਨੂੰ। ਤੇ ਹੁਣ ਘੋੜੇ ਨੂੰ ਅਸਵਾਰੀ ਕਰਨ ਵਾਲਾ ਇੱਕ ਅਸਵਾਰ ਵੀ ਹੁੰਦਾ ਹੈ। ਜਿਵੇਂ ਗੱਡੀ ਹੈ, ਉਹਨੂੰ ਇੱਕ ਡਰਾਈਵਰ ਚਲਾਉਂਦਾ ਹੈ, ਫਿਰ ਉਹ ਚੱਲਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਕਾਇਆ ਦੇ ਤੇ ਮਨ ਉਹ ਘੋੜੀ ਦੀ ਤਰ੍ਹਾਂ ਹੈ, ਤੇ ਇਹਨੂੰ ਚਲਾਉਣ ਵਾਲਾ ਕੌਣ ਹੈ? ਮਨ ਰੂਪੀ ਅਸਵਾਰ ਇਹਨੂੰ ਚਲਾਉਂਦਾ ਪਿਆ ਹੈ। ਤੇ ਜਿੱਧਰ ਨੂੰ ਉਹ ਇਹਦੀ ਲਗਾਮ ਖਿੱਚਦਾ ਤੇ ਉਧਰਲੇ ਪਾਸੇ ਹੀ ਕਾਇਆ ਜਾਂਦੀ ਹੈ, ਜਿੱਧਰ ਨੂੰ ਮਨ ਹੁਕਮ ਕਰਦਾ। ਮਨ ਨੇ ਹੁਕਮ ਕੀਤਾ ਸੰਗਤ 'ਚ ਜਾਣ ਦਾ, ਤਨ ਸੰਗਤ ਵਾਲੇ ਪਾਸੇ ਆ ਗਿਆ। ਮਨ ਨੇ ਹੁਕਮ ਕੀਤਾ ਇਹਨੂੰ ਕੁਸੰਗਤ 'ਚ ਜਾਣ ਦਾ, ਤੇ ਸਰੀਰ ਉਸ ਪਾਸੇ ਨੂੰ ਚਲੇ ਜਾਂਦਾ। ਸੋ ਮਨ ਦੇ ਕੰਟਰੋਲ ਦੇ ਵਿੱਚ ਹੈ ਸਰੀਰ। ਤੇ ਗੁਰੂ ਸਾਹਿਬ ਕਹਿੰਦੇ ਜਿੰਨੀ ਦੇਰ ਤੱਕ ਤੂੰ ਮਨ ਨੂੰ ਨਹੀਂ ਬਦਲਿਆ,
ਉਨੀ ਦੇਰ ਤੱਕ ਤੇਰੇ ਬਾਹਰ ਦੇ ਜਿਹੜੇ ਕਰਮ ਹਨ ਇਹਨਾਂ ਦਾ ਵੀ ਕੋਈ ਲਾਭ ਨਹੀਂ ਹੈ। ਅੱਗੇ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ, ਕਬੀਰ ਰਾਮ ਨਾ ਛੋਡੀਐ ਤਨ ਧਨ ਜਾਏ ਤਾਂ ਜਾਓ। ਕਹਿੰਦੇ ਵਾਹਿਗੁਰੂ ਦੇ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਜੇ ਮਾਲਕ ਦੇ ਨਾਮ ਧਨ ਬਦਲੇ, ਵਾਹਿਗੁਰੂ ਦੀ ਪ੍ਰੀਤ ਤੇ ਪ੍ਰਤੀਤ ਬਦਲੇ, ਬਾਹਰ ਦੇ ਧਨ ਦੀ ਵੀ ਕੁਰਬਾਨੀ ਦੇਣੀ ਪਵੇ, ਤਨ ਦੀ ਵੀ ਕੁਰਬਾਨੀ ਦੇਣੀ ਪਵੇ ਤੇ ਪਰਵਾਹ ਕੋਈ ਨਹੀਂ ਕਰਨੀ ਚਾਹੀਦੀ ਹੈ। ਜਿਨ੍ਹਾਂ ਪਿਆਰਿਆਂ ਤੇ ਸਚਿਆਰਿਆਂ ਨੂੰ ਆਪਾਂ ਰੋਜ਼ ਅਰਦਾਸ 'ਚ ਚੇਤੇ ਕਰਦੇ ਜਾਂ ਸ਼ਹੀਦਾਂ ਮੁਰੀਦਾਂ ਨੂੰ ਚੇਤੇ ਕਰਦੇ, ਉਹ ਕਿਹੜੇ ਗੁਰੂ ਕੇ ਪਿਆਰੇ ਸਨ ਜਿਨ੍ਹਾਂ ਨੇ ਧਨ ਨੂੰ ਵੀ ਠੋਕਰ ਮਾਰ ਦਿੱਤੀ। ਬੜੇ ਲਾਲਚ ਦਿੱਤੇ ਗਏ ਉਹਨਾਂ ਨੂੰ ਤਖਤਾਂ ਤਾਜਾਂ ਦੇ, ਧਨ ਪਦਾਰਥਾਂ ਦੇ। ਤੁਸੀਂ ਛੱਡ ਦਵੋ ਧਰਮ, ਤੁਸੀਂ ਛੱਡ ਦਵੋ ਸਿੱਖੀ, ਗੁਰੂ ਦੀ ਪ੍ਰੀਤ ਪ੍ਰਤੀਤ ਛੱਡ ਦਵੋ, ਧਨ ਜਿੰਨਾ ਕਹੋ ਉਹ ਮਿਲ ਜਾਏਗਾ। ਪਰ ਉਹ ਗੁਰੂ ਕੇ ਪਿਆਰੇ ਕਹਿਣ ਲੱਗੇ, ਅਸੀਂ ਗੁਰੂ ਦੇ ਸਿੱਖ ਹਾਂ, ਕੋਈ ਵਿਕਾਊ ਮਾਲ ਨਹੀਂ ਆ ਕਿ ਅੱਜ ਤੁਸੀਂ ਧਨ ਦਵੋ ਤੇ ਖਰੀਦ ਲਵੋ, ਕੱਲ ਹੋਰ ਧਨ ਸੁੱਟੇ ਤੇ ਅਸੀਂ ਉਧਰ ਵਿਕ ਜਾਈਏ। ਜਿਹੜੇ ਸੱਚ ਦੇ ਰਾਹ ਤੇ ਚੱਲਣ ਵਾਲੇ ਪਰਵਾਨੇ ਹੁੰਦੇ ਨੇ, ਸਾਹਿਬਜ਼ਾਦਿਆਂ ਨੂੰ ਕਿੰਨੇ ਲਾਲਚ ਦਿੱਤੇ ਗਏ, ਪਰ ਉਹ ਗੁਰੂ ਕੇ ਪਿਆਰਿਆਂ ਦੇ ਬਚਨ ਕਿਹੜੇ ਸਨ? ਕਹਿਣਾ ਰਾਜ ਲੈ ਲਓ, ਕਹਿਣਾ ਭਾਗ ਲੈ ਲਓ, ਦੋ ਅਜਾਣ ਖਰੀਦਣਾ ਚਾਹੁੰਦਾ ਹੈ। ਬੱਚੇ ਵਜ਼ੀਰ ਖਾਨ ਨੂੰ ਕਹਿੰਦੇ ਹਨ, ਤੂੰ ਸੁੱਟ ਕੇ ਕੌਡੀਆਂ ਸਾਡਾ ਈਮਾਨ ਖਰੀਦਣਾ ਚਾਹੁੰਦਾ ਹੈ। ਵਜ਼ੀਰ ਖਾਨ ਤੂੰ ਕੀ ਸੋਚਿਆ, ਆ ਬਾਹਰ ਦੇ ਪਦਾਰਥਾਂ ਦੇ ਟੁਕੜੇ ਸੁੱਟ ਕੇ ਤੂੰ ਗੁਰੂ ਕੇ ਪੁੱਤਰਾਂ, ਗੁਰੂ ਕਿਆਂ ਬੱਚਿਆਂ ਦੇ ਈਮਾਨ ਖਰੀਦ ਲਵੇਂਗਾ। ਚੇਤੇ ਰੱਖੀ, ਅਸੀਂ ਉਹ ਵਿਕਣ ਵਾਲੇ ਨਹੀਂ ਹਾਂ। ਕੰਨ ਖੋਲ ਕੇ ਸੁਣ ਲੈ ਖਾਨ ਵਜੀਦੇ, ਸਿੱਖੀ ਸਿਦਕ ਨਾ ਕਦੇ ਕਿਸੇ ਤੋਂ ਜਾਣ ਖਰੀਦੇ। ਸਾਡੇ ਅੰਦਰ ਉਹ ਸਿੱਖੀ ਸਿਦਕ ਹੈ, ਉਹ ਗੁਰੂ ਦੀ ਪ੍ਰੀਤ ਤੇ ਪ੍ਰਤੀਤ ਹੈ, ਜਿਹੜੀ ਪੈਸਿਆਂ ਦੇ ਨਾਲ ਖਰੀਦੀ ਵੇਚੀ ਜਾਣ ਵਾਲੀ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਇਹ ਮਾਲਕ ਦੀ ਪ੍ਰੀਤ ਤੇ ਨਾਮ ਨਹੀਂ ਛੱਡਣਾ ਚਾਹੀਦਾ। ਉਹਦੇ ਲਈ ਜੇ ਧਨ ਦੀ ਕੁਰਬਾਨੀ ਦੇਣੀ ਪਵੇ, ਪਰਵਾਹ ਕੋਈ ਨਹੀਂ, ਸੌਦਾ ਸਸਤਾ ਹੈ। ਜੇ ਤਨ ਦੀ ਕੁਰਬਾਨੀ ਦੇਣੀ, ਜੇ ਉਹਨਾਂ ਗੁਰੂ ਕਿਆਂ ਪਿਆਰਿਆਂ ਨੇ ਧਨ ਨੂੰ ਠੋਕਰ ਮਾਰੀ, ਉਹਨਾਂ ਨੇ ਤਨ ਨੂੰ ਵੀ ਠੋਕਰ ਮਾਰੀ ਕਿ ਕੱਟ ਦਵੋ ਬੰਦ ਬੰਦ, ਕੋਈ ਪਰਵਾਹ ਨਹੀਂ, ਚਿਣ ਦਵੋ ਨੀਹਾਂ 'ਚ ਕੋਈ ਪਰਵਾਹ ਨਹੀਂ, ਚਲਾ ਦਵੋ ਸਰੀਰ ਤੇ ਆਰਾ, ਕੋਈ ਪਰਵਾਹ ਨਹੀਂ ਹੈ। ਪਰ ਉਹ ਪ੍ਰੀਤ ਵਾਹਿਗੁਰੂ ਦੀ ਨਹੀਂ ਛੱਡਣੀ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਰਾਮ ਨਾ ਛੋਡੀਐ ਤਨ ਧਨ ਜਾਏ ਤਾਂ ਜਾਓ, ਚਰਨ ਕਮਲ ਚਿਤ ਬੇਦਿਆ ਰਾਮੈ ਨਾਮ ਸਮਾਓ। ਕਹਿੰਦੇ ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਕਮਲ ਵਰਗੇ ਚਰਨਾਂ 'ਚ ਵਿੰਨਿਆ ਗਿਆ, ਉਹ ਹਮੇਸ਼ਾ ਫਿਰ ਮਾਲਕ ਦੇ ਨਾਮ ਦੇ ਵਿੱਚ ਸਮਾਏ ਰਹਿੰਦੇ ਹਨ। ਉਹ ਫਿਰ ਮਾਲਕ ਦੇ ਨਾਮ, ਮਾਲਕ ਦੀ ਬੰਦਗੀ, ਇਬਾਦਤ ਦੀ ਖਾਤਰ ਉਹਨਾਂ ਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ, ਉਹ ਹੱਸ ਕੇ ਕੁਰਬਾਨੀ ਤੇ ਦੇ ਦਿੰਦੇ ਹਨ, ਪਰ ਮਾਲਕ ਦੇ ਨਾਮ ਦੀ ਪ੍ਰੀਤ ਪ੍ਰਤੀਤ ਨਹੀਂ ਛੱਡਦੇ। ਸੋ ਸਤਿਗੁਰੂ ਮਿਹਰ ਕਰਨ ਇੱਦਾਂ ਦੀ ਸੱਚੀ ਪ੍ਰੀਤ ਸਾਡੇ ਹਿਰਦੇ 'ਚ ਵੀ ਬਣੇ। ਗੁਰੂ ਕੀ ਬਾਣੀ, ਗੁਰੂ ਕੇ ਇਤਿਹਾਸ ਤੋਂ ਸੇਧ ਲੈ ਕੇ ਗੁਰੂ ਚਰਨਾਂ, ਗੁਰੂ ਕੀ ਬਾਣੀ, ਗੁਰੂ ਕੇ ਸ਼ਬਦ ਦੇ ਨਾਲ ਸੱਚੀ ਪ੍ਰੀਤ ਬਣਾਈਏ, ਜੀਵਨ ਸਫਲ ਹੋਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕਾਰ ਪ੍ਰਭ ਆਪੇ ਮੇਲੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।